ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਗੁਰ ਹਿਰਦੇ ਧਿਆਵੋ ਸ਼੍ਰੀ ਗੁਰ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬੇਗਨਨ ਕੇ ਨਾਸ਼ਕ ਬੇਗਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਸੋਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਦੀਸਾ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਬਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਦੋਹਰਾ ਨਿਸਾ ਬਿਤਾਏ ਪ੍ਰਭਾਤ ਪੀਠਾਨੇ ਸ਼ੌਚ ਸਨਾਨ ਗੁਰ ਦਰਬਾਰ ਲਗਾਏ ਕਰ ਬੈਠੇ ਮੁਦਤ ਸੁਜਾਨ ਨਿਸਾ ਬਿਤਾਏ ਪ੍ਰਭਾਤ ਪੀ ਠਾਨੇ ਸ਼ੌਚ ਸਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਸਾਜੀ ਔਰ ਨਿਵਾਜੀ ਹੋਈ ਗੁਰਮੁਖ ਮਾਈ ਭਾਈ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰੂ ਜੀ ਕਾ ਖਾਸ ਰੂਪ ਸੁੰਦਰ ਸਰੂਪ ਸਾਧ ਸੰਗਤ ਜੀ ਆਪ ਸਰਬ ਵਡਭਾਗੇ ਹੋ ਜੋ ਵਾਲੀਏ ਦੋ ਜਹਾਂ ਦੀਨ ਦੁਨੀ ਚਵਰ ਛਤਰ ਤਖਤ ਦੇ ਮਾਲਕ ਗੁਰੂ ਗਰੀਬ ਨਵਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦੀ ਦਿਆਲਤਾ ਹੋਈ ਹੈ, ਗੁਰੂ ਕੇ ਹਜੂਰ ਦੀਵਾਨ ਸਜੇ ਹਨ। ਆਪ ਜੀਆਂ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਹਰ ਜਸ ਅੰਮ੍ਰਿਤਮਈ ਰਸ ਭਿੰਨੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸੋ ਆਓ ਕੁਝ ਸਮਾਂ ਸਤਿਗੁਰਾਂ ਦੇ ਪਾਵਨ ਜੀਵਨ ਇਤਿਹਾਸ ਦੀ ਵਿਚਾਰ ਪੜ੍ਹਨ ਸੁਣਨ ਦਾ ਸਾਨੂੰ ਪ੍ਰਾਪਤ ਹੋਇਆ ਹੈ। ਰਲ ਮਿਲ ਕੇ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਵਰਣਨ ਕਰ ਰਹੇ ਨੇ, ਵਿਚਾਰਨ ਪੜ੍ਹਨ ਸੁਣਨ ਦਾ ਯਤਨ ਕਰੀਏ। ਗੁਰਸੰਗਤ ਜੀ, ਪਿਛਲੇ ਸਮੇਂ ਦੌਰਾਨ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ
ਅਸਾਮ ਦੇਸ਼ ਦਾ ਰਾਜਾ ਰਾਮ ਰਾਏ, ਉਸ ਦਾ ਪੁੱਤਰ ਰਾਜਾ ਰਤਨ ਰਾਏ ਆਪਣੀ ਮਾਤਾ ਸਵਰਨਮਤੀ ਨੂੰ ਨਾਲ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦਾ ਚਾਉ ਮਨ ਵਿੱਚ ਧਾਰਨ ਕਰਦਿਆਂ ਸ਼੍ਰੀ ਅਨੰਦਪੁਰ ਸਾਹਿਬ ਵੱਲ ਨੂੰ ਭਾਈ ਉਹਨੇ ਚਾਲਾ ਪਾਇਆ ਏ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਵਿੱਤਰ ਚਰਨਾਂ ਦਾ ਬਹੁਤ ਪ੍ਰੇਮ ਭਾਈ ਰਤਨ ਰਾਏ ਦੇ ਮਨ ਵਿੱਚ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਉੱਠਦਾ ਬਹਿੰਦਾ ਤੁਰਦਾ ਫਿਰਦਾ ਰਾਜਾ ਰਤਨ ਰਾਏ ਯਾਦ ਕਰਦਾ ਰਹਿੰਦਾ ਹੈ। ਸਦੀਵ ਸੁਰਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਮਨ ਵਿੱਚ ਇਹੋ ਹੀ ਖਿਆਲ ਲੋਚਦਾ ਏ, ਕਦੋਂ ਆਪਣੇ ਨੇਤਰਾਂ ਨਾਲ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਾਂ, ਕਦੋਂ ਜਾ ਕੇ ਆਪਣੇ ਕੰਨਾਂ ਨਾਲ ਸਤਿਗੁਰਾਂ ਦੇ ਅੰਮ੍ਰਿਤਮਈ ਬਚਨ ਸੁਣਾ। ਇਹੋ ਜਿਹੇ ਖਿਆਲ ਉਹਦੇ ਮਨ ਵਿੱਚ ਰਾਜਾ ਰਤਨ ਰਾਏ ਦੇ ਚੱਲਦੇ ਰਹਿੰਦੇ। ਜਦੋਂ ਭਾਈ ਇਹ ਅਸਾਮ ਦੇਸ਼ ਤੋਂ ਚੱਲਿਆ, ਰਸਤੇ ਵਿੱਚ ਆਉਂਦਿਆਂ ਪੰਜਾਬ ਦੇਸ਼ ਦਾ ਕੋਈ ਵੀ ਗੁਰੂ ਕਾ ਸਿੱਖ ਇਹਨੂੰ ਮਿਲ ਜਾਂਦਾ ਨਾ, ਉਹਨੂੰ ਇਹ ਪੁੱਛਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਬਾਬਤ ਵੀ ਸਤਿਗੁਰੂ ਜੀ ਕਿੱਥੇ ਵਿਰਾਜਦੇ ਨੇ, ਤੇ ਉਹ ਗੁਰੂ ਕੇ ਸਿੱਖ ਕਹਿ ਕੇ ਦੱਸ ਦਿੰਦੇ ਭਾਈ ਸਤਿਗੁਰੂ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੁਭਾਏਮਾਨ ਹਨ। ਇਉਂ ਚੱਲਦਾ ਹੋਇਆ ਰਾਜਾ ਰਤਨ ਰਾਏ ਅਨੇਕਾਂ ਨਦੀਆਂ ਨੂੰ ਪਾਰ ਕਰਦਿਆਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ। ਆ ਕੇ ਭਾਈ ਬੜਾ ਪ੍ਰਸੰਨ ਹੋਇਆ। ਇਹਨੇ ਕਲਗੀਧਰ ਪਾਤਸ਼ਾਹ ਦੇ ਕੋਲ ਆਪਣੇ ਆਉਣ ਦਾ ਸੁਨੇਹਾ ਆਪਣੇ ਅਹਿਲਕਾਰ ਦੁਆਰਾ ਭੇਜਿਆ। ਉਹਨੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੋ ਦਰਬਾਨਚੀ ਨੇ, ਦਰਵਾਜ਼ੇ ਤੇ ਡਿਊਟੀ ਦੇ ਪਹਿਰਾ ਦੇਣ ਵਾਲੇ ਸਿੱਖ, ਉਹਨਾਂ ਨੂੰ ਬੇਨਤੀ ਕੀਤੀ ਜਾ ਕੇ, ਤੇ ਪਹਿਰੇਦਾਰ ਗੁਰਸਿੱਖਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਅਸਾਮ ਦੇਸ਼ ਦਾ ਰਾਜਾ ਰਾਜਾ ਰਤਨ ਰਾਏ ਆਪ ਜੀ ਦੇ ਦਰਸ਼ਨਾਂ ਵਾਸਤੇ ਆਇਆ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਬਚਨ ਕੀਤੇ ਬਈ ਸਾਰੇ ਜਿੰਨੇ ਵੀ ਸੈਨਿਕ ਆਦਿ ਰਾਜਾ ਰਤਨ ਰਾਏ ਦੇ ਨਾਲ ਆਏ ਨੇ, ਸਾਰਿਆਂ ਨੂੰ ਗੁਰੂ ਕਾ ਜਿਹੜਾ ਲੰਗਰ ਪਾਣੀ ਹੈ, ਰਸਦ ਪਾਣੀ, ਉਹ ਗੁਰੂ ਕੇ ਲੰਗਰਾਂ ਵਿੱਚੋਂ ਦਿੱਤਾ ਜਾਵੇ। ਇਹ ਬਚਨ ਹੋਇਆ ਤੇ ਇਸ ਬਚਨ ਨੂੰ ਭਾਈ ਗੁਰਸਿੱਖਾਂ ਨੇ ਸਤ ਕਰਕੇ ਮੰਨਿਆ। ਰਸਦ ਪਾਣੀ ਰਾਜੇ ਦੇ ਕੋਲ ਪਹੁੰਚਾਇਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਹੁਕਮ ਦੁਆਰਾ ਭਾਈ ਸਮਾਂ ਬਤੀਤ ਹੋਇਆ, ਰਹਿਣ ਬਤੀਤ ਹੋਈ। ਅੰਮ੍ਰਿਤ ਵੇਲੇ ਰਾਜੇ ਨੇ ਫਿਰ ਸਤਿਗੁਰਾਂ ਦੇ ਪਾਸ ਬੇਨਤੀ ਭੇਜੀ, ਮਹਾਰਾਜ ਮੈਂ ਤੇ ਮਸਾਂ ਰਾਤ ਬਤੀਤ ਕੀਤੀ, ਆਪ ਜੀ ਦੇ ਦਰਸ਼ਨਾਂ ਦੀ ਬੜੀ ਚਾਹਨਾ ਏ। ਕਲਗੀਧਰ ਪਾਤਸ਼ਾਹ ਨੇ ਕਿਹਾ ਵੀ ਦਿਨ ਦੇ ਤੀਸਰੇ ਪਹਿਰ ਅਸੀਂ ਗੁਰੂ ਸੰਗਤ ਦੇ ਵਿੱਚ ਵਿਰਾਜਮਾਨ ਹੋਵਾਂਗੇ, ਉਦੋਂ ਤੈਨੂੰ ਦਰਸ਼ਨ ਬਖਸ਼ਾਂਗੇ। ਤਦੋਂ ਭਾਈ ਤੀਸਰੇ ਵਹਿਰ ਗੁਰੂ ਕਾ ਦੀਵਾਨ ਸਜਿਆ ਤੇ ਸਤਿਗੁਰਾਂ ਨੇ ਭਾਈ ਰਾਜਾ ਰਤਨ ਰਾਏ ਨੂੰ ਆਪਣੇ ਪਾਸ ਬੁਲਾਇਆ। ਆ ਕੇ ਰਾਜਾ ਰਤਨ ਰਾਏ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ। ਬੜਾ ਆਨੰਦ ਹੋਇਆ, ਮਨ ਦੇ ਵਿੱਚ ਬੜੀ ਖੁਸ਼ੀ ਹੋਈ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਕੇ। ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਇਹਨੇ ਆਪਣਾ ਮੱਥਾ ਰੱਖਿਆ ਤੇ ਮੁੜ ਕੇ ਚੁੱਕਿਆ ਹੀ ਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ, ਰਾਜਨ ਤੂੰ ਨਿਹਾਲ ਹੋਇਓ, ਆਪਣਾ ਸਿਰ ਜਿਹੜਾ ਹੈ ਉਹ ਹੁਣ ਚੁੱਕਣਾ ਕਰ। ਸਤਿਗੁਰਾਂ ਨੇ ਕਿਹਾ ਤੇਰਾ ਲੋਕ ਤੇ ਪਰਲੋਕ ਸਵਰ ਗਿਆ ਹੈ। ਸਤਿਗੁਰਾਂ ਨੇ ਧੀਰਜ ਦੇ ਕੇ ਆਪਣੇ ਪਾਸ ਬਿਠਾ ਲਿਆ। ਅਨੇਕ ਤਰ੍ਹਾਂ ਦੇ ਬਚਨ ਵਿਲਾਸ ਮਹਾਰਾਜ ਜੀਆਂ ਦੇ ਨਾਲ ਹੋਏ। ਫਿਰ ਜਿਹੜੀਆਂ ਵਸਤੂਆਂ ਭਾਈ ਇਹ ਗੁਰੂ ਪਾਤਸ਼ਾਹ ਜੀਆਂ ਨੂੰ ਭੇਟ ਕਰਨ ਵਾਸਤੇ ਰਾਜਾ ਰਤਨ ਰਾਏ ਲੈ ਕੇ ਆਇਆ ਏ, ਰਾਜਾ ਰਤਨ ਰਾਏ ਦੇ ਮੰਤਰੀ ਨੇ ਉਹ ਸਾਰੀਆਂ ਜਦੋਂ ਵੱਖਰੀਆਂ ਕਰਕੇ ਸਾਰੀਆਂ ਵਸਤੂਆਂ ਇੱਕ ਕਰਕੇ ਸਾਰੀਆਂ ਮਹਾਰਾਜ ਜੀ ਦੇ ਤਾਈਂ ਗਣਾਈਆਂ ਵੀ ਮਹਾਰਾਜਾ ਪ੍ਰਸ਼ਾਦੀ ਹਾਥੀ ਹੈ, 5 ਕਲਾ ਸ਼ਾਸਤਰ ਹੈ, ਚੰਦਨ ਦੀ ਚੌਂਕੀ ਹੈ, ਸਾਰੀਆਂ ਵਸਤੂਆਂ ਮਹਾਰਾਜ ਜੀਆਂ ਨੂੰ ਦਿਖਾ ਲੀਆਂ। ਕਿ ਨਾਲ ਹੀ ਮੰਤਰੀ ਨੇ ਦੱਸਿਆ ਮਹਾਰਾਜ ਬੜੀ ਭਾਵਨਾ ਨਾਲ ਦੂਰੋਂ ਇਹ ਵਸਤੂਆਂ ਰਾਜਾ ਰਤਨ ਰਾਏ ਨੇ ਇਕੱਠੀਆਂ ਕੀਤੀਆਂ ਆਪ ਜੀ ਦੇ ਪ੍ਰੇਮ ਵਿੱਚ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਹੁਤ ਪ੍ਰਸੰਨ ਹੋਏ। ਸਤਿਗੁਰੂ ਮਹਾਰਾਜ ਜੀਆਂ ਦੇ ਹਜ਼ੂਰ ਜਿਹੜਾ ਇਹ ਭਾਈ ਹਾਥੀ ਲੈ ਕੇ ਆਇਆ ਰਾਜਾ ਰਤਨ ਰਾਏ, ਉਹਦੀ ਬਾਬਤ ਉਹਦੇ ਗੁਣਾਂ ਦਾ ਬਿਆਨ ਕੀਤਾ ਗਿਆ। ਮਹਾਰਾਜ ਜਿਹੋ ਜਿਹਾ ਕੰਮ ਲੋੜੀਏ ਇਸ ਹਾਥੀ ਤੋਂ ਕਰਵਾ ਸਕਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ 5 ਕਲਾ ਸ਼ਾਸਤਰ ਦਿਖਾ ਲਿਆ ਸਤਿਗੁਰੂ ਜੀ। ਇਹ ਸ਼ਾਸਤਰ ਜਦੋਂ ਜਿੱਦਾਂ ਦੀ ਲੋੜ ਪਵੇ, ਜਿੱਦਾਂ ਦਾ ਦਾ ਘਾ ਵੇਖੀਏ ਉੱਦਾਂ ਦਾ ਇਹ ਸ਼ਾਸਤਰ ਬਣ ਜਾਂਦਾ ਹੈ। ਕਦੀ ਵਰਸ਼ਾ ਬਣ ਜਾਂਦਾ ਹੈ, ਕਦੀ ਕਟਾਰ ਬਣ ਜਾਂਦਾ ਹੈ, ਬਟਨ ਦਬਾਈਏ ਤਮਾਚਾ ਪਿਸਤੌਲ ਬਣ ਜਾਂਦਾ ਹੈ। ਮਹਾਰਾਜ ਲੋੜ ਅਨੁਸਾਰ ਜਿਹੋ ਜਿਹਾ ਦਾਵ ਘਾਵ ਹੋਵੇ ਮੈਦਾਨੇ ਜੰਗ ਵਿੱਚ ਰਣ ਵਿੱਚ ਇਹਨੂੰ ਉਹੋ ਜਿਹਾ ਸ਼ਾਸਤਰ ਬਣਾ ਕੇ ਚਲਾ ਲਈਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਪ੍ਰਸੰਨ ਹੋਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਮੰਤਰੀ ਨੇ ਬੇਨਤੀ ਕੀਤੀ, ਮਹਾਰਾਜ ਹੁਣ ਤੇ ਸਮਾਂ ਥੋੜ੍ਹਾ ਹੈ, ਆਪ ਕੱਲ੍ਹ ਦੇ ਸਮੇਂ ਦੌਰਾਨ ਇਹ ਸਾਰੀਆਂ ਵਸਤੂਆਂ ਆਪ ਖੁਦ ਮਹਾਰਾਜ ਸੱਚੇ ਪਾਤਸ਼ਾਹ ਪਰਖ ਕੇ ਵੇਖ ਲੈਣਾ ਜੀ। ਫਿਰ ਸਤਿਗੁਰੂ ਮਹਾਰਾਜ ਬਹੁਤ ਪ੍ਰਸੰਨ ਹੋਏ। ਰਾਜਾ ਰਤਨ ਰਾਏ ਭਾਈ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਆਪਣੇ ਜਿੱਥੇ ਆਸਣ ਜਮਾਇਆ ਉੱਥੇ ਵਾਪਸ ਗਿਆ ਸਮੂਹ ਸੈਨਿਕਾਂ ਦੇ ਨਾਲ। ਸਤਿਗੁਰੂ ਮੁਕਤੀ ਦਾਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਹ ਵਸਤੂਆਂ ਜਿਹੜੀਆਂ ਭਾਈ ਹਾਥੀ ਦੇ ਸਮੇਤ ਬਹੁਤ ਸੁੰਦਰ ਭੇਟਾਵਾਂ ਰਾਜਾ ਰਤਨ ਰਾਏ ਲੈ ਕੇ ਆਇਆ, ਇਹ ਸਤਿਗੁਰਾਂ ਨੇ ਆਪਣੇ ਸੇਵਕਾਂ ਨੂੰ ਸੌਂਪ ਦਿੱਤੀਆਂ। ਘੋੜੇ ਵੀ ਹਾਥੀ ਵੀ ਸਮੂਹ ਸਿੱਖਾਂ ਨੂੰ ਸੌਂਪ ਕੇ ਮਹਾਰਾਜ ਨੇ ਹੁਕਮ ਦਿੱਤਾ ਬਈ ਇਹਨਾਂ ਘੋੜਿਆਂ ਨੂੰ ਨਿਹਾਰੀਆਂ ਆਦਿਕ, ਕੱਖ ਟਾਂਡਾ, ਘਾਹ ਆਦਿਕ ਜਿਹੜਾ ਏ ਉਹਦਾ ਪ੍ਰਬੰਧ ਕੀਤਾ ਜਾਵੇ, ਖਵਾਇਆ ਜਾਵੇ, ਖਾਣ ਵਾਸਤੇ ਦਿੱਤਾ ਜਾਵੇ। ਇਹ ਪ੍ਰਸੰਗ ਭਾਈ ਪਿਛਲੇ ਸਮੇਂ ਦੌਰਾਨ ਆਪਾਂ ਸਰਵਣ ਕਰ ਰਹੇ ਸੀ। ਆਓ
ਅਗਲਾ ਪ੍ਰਸੰਗ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਨੇ, ਰਲ ਮਿਲ ਕੇ ਵਿਚਾਰਨ ਪੜਨ ਸੁਣਨ ਦਾ ਯਤਨ ਕਰੀਏ। ਮਨ ਦੇ ਟਿਕਾਓ ਵਾਸਤੇ ਇੱਕ ਵਾਰ ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਨਿਸਾ ਬਿਤਾਏ ਪ੍ਰਭਾਤ ਪੀ, ਠਾਨੇ ਸੌਚ ਸਨਾਨ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ, ਰਾਜਾ ਰਤਨ ਰਾਏ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰਕੇ ਆਰਾਮ ਵਾਸਤੇ ਭਾਈ ਆਪਣੇ ਤੰਬੂਆਂ ਵਿੱਚ ਚਲੇ ਗਏ ਸਮੂਹ ਸੈਨਿਕਾਂ ਦੇ ਸਮੇਤ। ਦੇ ਰਾਤ ਉਸ ਦਿਨ ਦੀ ਰਾਤ ਜਿਹੜੀ ਹੈ ਬਤੀਤ ਹੋਈ ਹੈ। ਨਿਸਾ ਬਿਤਾਏ ਪ੍ਰਭਾਤ ਪੀ, ਰਾਤ ਬਤੀਤ ਹੋਈ, ਅੰਮ੍ਰਿਤ ਵੇਲਾ ਹੋ ਆਇਆ। ਸਭਨਾਂ ਨੇ ਭਾਈ ਠਾਨੇ ਸੌਚ ਇਸ਼ਨਾਨ, ਸ਼ੌਚਾਚਾਰ ਦੀ ਕਿਰਿਆ ਕੀਤੀ ਤੇ ਇਸ਼ਨਾਨ ਪਾਨ ਕੀਤਾ ਹੈ। ਗੁਰ ਦਰਬਾਰ ਲਗਾਏ ਕਰ, ਬੈਠੇ ਮੁਦਤ ਸੁਜਾਨ। ਸੁਜਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲੇ ਸਾਰੀ ਕਿਰਿਆ ਸਾਧ ਕੇ ਸਤਿਗੁਰੂ ਮਹਾਰਾਜ ਸਮੂਹ ਸੰਗਤਾਂ ਦੇ ਵਿੱਚ ਸਤਿਗੁਰਾਂ ਨੇ ਦੀਵਾਨ ਸਜਾ ਕੇ ਬੈਠਣਾ ਕੀਤਾ ਹੈ। ਚੌਪਈ ਪਠਿਓ ਮੇਵੜਾ, ਨ੍ਰਿਪ ਬੁਲਵਾਇਓ, ਮੁਦਤ ਸਚਿਵ ਜੁਤ ਚੱਲ ਕਰ ਆਇਓ। ਇਸ ਤਰ੍ਹਾਂ ਕਵੀ ਜੀ ਜ਼ਿਕਰ ਕਰਦੇ ਆ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀਆਂ ਨੇ ਦੀਵਾਨ ਸਜਾਇਆ ਤੇ ਅਰਦਾਸੀਏ ਸਿੱਖ ਨੂੰ ਭੇਜ ਕੇ ਰਾਜਾ ਰਤਨ ਰਾਏ ਨੂੰ ਮਹਾਰਾਜ ਜੀਆਂ ਨੇ ਆਪਣੇ ਪਾਸ ਬੁਲਾਇਆ ਏ। ਤੇ ਰਾਜਾ ਰਤਨ ਰਾਏ ਆਨੰਦਮਈ ਹੋ ਕੇ ਬੜਾ ਪ੍ਰਸੰਨ ਚਿੱਤ ਹੋ ਕੇ ਸਤਿਗੁਰਾਂ ਦੇ ਪਾਸ ਆਇਆ ਹੈ। ਕਰ ਬੰਧਨ ਬੈਠਿਓ ਪ੍ਰਭ ਧੀਰ, ਖੜਗ ਸਿਪਰ ਜੁਤ ਸੁਭਤ ਸਰੀਰ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਰਾਜਾ ਰਤਨ ਰਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਿੱਤਰ ਚਰਨਾਂ ਤੇ ਨਮਸਕਾਰ ਕਰਕੇ ਸਤਿਗੁਰਾਂ ਦੇ ਪਾਸ ਬੈਠ ਗਿਆ ਹੈ। ਜਿਸ ਰਾਜੇ ਰਤਨ ਰਾਏ ਨੇ ਆਪਣੇ ਤਨ ਦੇ ਉੱਪਰ ਭਾਈ ਗਾਤਰੇ ਤਲਵਾਰ ਧਾਰਨ ਕੀਤੀ ਹੈ ਤੇ ਨਾਲ ਭਾਈ ਢਾਲ ਜਿਹੜੀ ਹੈ ਉਹ ਵੀ ਸਰੀਰ ਤੇ ਧਾਰਨ ਕੀਤੀ ਹੋਈ ਹੈ ਤੇ ਬੜੀ ਸ਼ੋਭਾ ਪਾ ਰਿਹਾ ਸਰੀਰ। ਪ੍ਰਥਮ ਚੌਕੀ ਸੋ ਮੰਗਵਾਈ, ਦਾਬੀ ਕਲ ਪੁਤਲੀ ਨਿਕਸਾਈ। ਹੁਣ ਭਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹਜ਼ੂਰ ਰਾਜਾ ਰਤਨ ਰਾਏ ਸੱਜ ਬੈਠਾ ਹੈ ਸ਼ਾਸਤਰਾਂ ਵਸਤਰਾਂ ਦੇ ਸਹਿਤ। ਇਹਨੇ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੂੰ ਭੇਟ ਕਰਨ ਵਾਸਤੇ ਜਿਹੜੀਆਂ ਵਸਤੂਆਂ ਲੈ ਕੇ ਆਇਆ, ਉਹਨਾਂ ਵਸਤੂਆਂ ਦੇ ਵਿੱਚੋਂ ਚੰਦਨ ਦੀ ਚੌਂਕੀ, ਜਿਹਨੂੰ ਵਿਦਵਾਨ ਕਹਿੰਦੇ ਵੀ ਚੰਦਨ ਦੀ ਬਣੀ ਹੋਈ ਸੀ, ਉਹ ਚੌਂਕੀ ਸਤਿਗੁਰਾਂ ਦੇ ਹਜ਼ੂਰ ਮੰਗਵਾਈ ਹੈ। ਤੇ ਜਿਸ ਚੌਂਕੀ ਦੇ ਭਾਈ ਕਲ ਦਾਬੀ ਕਲ ਪੁਤਲੀ ਨਿਕਸਾਈ, ਔਰ ਉਸ ਚੌਂਕੀ ਦੀਆਂ ਜਦੋਂ ਕਲ ਨਾਮ ਆਪਾਂ ਬਟਨ ਕਹਿ ਦਿੰਦੇ ਆ, ਇਸ ਤਰ੍ਹਾਂ ਜਦੋਂ ਉਹਦਾ ਬਟਨ ਉਹਦੀ ਕਲ ਦੱਬੀ ਗਈ ਤੇ ਉਹਦੇ ਵਿੱਚੋਂ ਪੁਤਲੀਆਂ ਨਿਕਲ ਆਉਂਦੀਆਂ ਸਨ। ਜਿਹੜੀਆਂ ਪੁਤਲੀਆਂ ਭਾਈ ਬਣੀਆਂ ਹੋਈਆਂ ਸਨ ਉਹ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਸੀ। ਇੱਦਾਂ ਵੀ ਜ਼ਿਕਰ ਵਿਦਵਾਨ ਕਰਦੇ ਆ ਵੀ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਪੁਤਲੀਆਂ ਜਦੋਂ ਉਹ ਚੌਂਕੀ ਦਾ ਬਟਨ ਨੱਪੀ ਉਹਦੇ ਵਿੱਚੋਂ ਨਿਕਲ ਆਈਆਂ। ਚੌਪਰ ਕਉ ਬਿਛਾਏ ਕਰ ਦੀਨ, ਡਲ ਗੇਰਤ ਖੇਲਤ ਲਖ ਲੀਨ। ਇਸ ਤਰ੍ਹਾਂ ਭਾਈ ਜਦੋਂ ਉਹ ਚੰਦਨ ਦੀ ਚੌਂਕੀ ਦੇ ਵਿੱਚੋਂ ਪੁਤਲੀਆਂ ਨਿਕਲ ਆਉਂਦੀਆਂ ਬਾਹਰ, ਫਿਰ ਉਹਨਾਂ ਦੇ ਅੱਗੇ ਚੌਪੜ ਵਿਛਾ ਦਿੱਤੀ ਜਾਂਦੀ ਸੀ। ਉਹਨਾਂ ਦੇ ਅੱਗੇ ਚੌਪੜ ਵਿਛਾਈ ਗਈ ਤੇ ਜਿਹੜੀਆਂ ਕਠਪੁਤਲੀਆਂ ਕਹਿ ਦਈਏ, ਜਿਹੜੀਆਂ ਪੁਤਲੀਆਂ ਸਨ ਉਹ ਡਾਲਣੇ ਉਹਨਾਂ ਦੇ ਅੱਗੇ ਸੁੱਟ ਕੇ ਚੌਪੜ ਖੇਡਣ ਲੱਗੀਆਂ ਹਨ। ਪੰਜ ਕਲਾ ਪੁਨ ਸ਼ਾਸਤਰ ਮੰਗਾਇਓ, ਕਸਿਓ ਤਮਾਂਚਾ ਪ੍ਰਥਮ ਚਲਾਇਓ। ਇਸ ਤਰ੍ਹਾਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਉਹ ਚੰਦਨ ਦੀ ਚੌਂਕੀ ਵਿੱਚੋਂ ਜਿਹੜੀਆਂ ਪੁਤਲੀਆਂ ਨਿਕਲਦੀਆਂ ਸਨ ਉਹਨਾਂ ਅੱਗੇ ਚੌਪੜ ਵਿਛਾ ਦਈਏ ਤੇ ਉਹ ਡਾਲਣੇ ਸੁੱਟ ਕੇ ਖੇਡਣ ਲੱਗ ਜਾਂਦੀਆਂ ਸਨ ਚੌਪੜ ਭਾਈ। ਇਸ ਤਰ੍ਹਾਂ ਦੀ ਉਹ ਚੌਂਕੀ ਬੜੀ ਅਜੀਬ ਕਿਸਮ ਦੀ ਬਣੀ ਹੋਈ ਸੀ। ਫਿਰ ਕਵੀ ਜੀ ਕਹਿੰਦੇ, ਰਾਜਾ ਰਤਨ ਰਾਏ ਨੇ ਜਿਹੜਾ ਸਤਿਗੁਰਾਂ ਨੂੰ ਪੰਜ ਕਲਾ ਸ਼ਾਸਤਰ ਭਾਈ ਭੇਟ ਕਰਨਾ ਹੈ, ਉਹ ਪੰਜ ਕਲਾ ਸ਼ਾਸਤਰ ਮੰਗਵਾਇਆ ਏ ਤੇ ਫਿਰ ਉਹ ਪੰਜ ਕਲਾ ਸ਼ਾਸਤਰ ਨੂੰ ਕਸਿਓ ਤਮਾਚਾ ਪ੍ਰਥਮ ਚਲਾਇਓ। ਪਹਿਲਾਂ ਬਟਨ ਦੱਬਿਆ, ਉਹਦਾ ਤਮਾਚਾ ਕਈ ਪਿਸਤੌਲ ਬਣਾ ਕੇ ਉਹਨੂੰ ਚਲਾਉਣਾ ਕੀਤਾ ਹੈ। ਵੱਡੋ ਸ਼ਬਦ ਕਾ ਤੋੜ ਕਨੇਰਾ, ਹਤ ਹੈ ਸ਼ਾਸਤਰ ਨੀਕੇ ਗੁਰ ਹੀਰਾ। ਇਸ ਤਰ੍ਹਾਂ ਵੱਡੋ ਸ਼ਬਦ ਭਾ ਤੋੜ ਕਨੇਰਾ, ਜਦੋਂ ਤੋੜਾ ਜਿਹਾ ਲਾ ਕੇ ਉਹਨੂੰ ਭਾਈ ਪਿਸਤੌਲ ਨੂੰ ਚਲਾਇਆ ਗਿਆ ਤੇ ਉਹਦਾ ਬੜਾ ਗਰਜਮੀ ਆਵਾਜ਼ ਵਿੱਚ ਉਹਦੇ ਵਿੱਚੋਂ ਸ਼ਬਦ ਪੈਦਾ ਹੋਇਆ, ਭਾਵ ਬਹੁਤ ਖੜਕਾ ਹੋਇਆ ਹੈ। ਹਤ ਹੈ ਛਤਰ ਨੀਕੇ ਗੁਰ ਹੀਰਾ। ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਉਸ ਪੰਜ ਕਲਾ ਸ਼ਾਸਤਰ ਦਾ ਪਿਸਤੌਲ ਬਣਾ ਕੇ ਚਲਾਇਆ, ਉਹਦੇ 'ਚੋਂ ਬਹੁਤੀ ਆਵਾਜ਼ ਪੈਦਾ ਹੋਈ। ਜਦੋਂ ਤੋੜਾ ਲਾ ਕੇ ਚਲਾਇਆ ਤੇ ਮਹਾਰਾਜ ਨੇ ਜਾਣਿਆ ਇਹ ਵੀ ਇਹ ਤੇ ਵਾਕਈ ਸ਼ਤਰੂ ਦਾ ਨਾਸ਼ ਕਰ ਦੇਵੇਗਾ ਜਦੋਂ ਚਲਾਇਆ ਜਾਵੇਗਾ। ਪੁਨ ਕਲ ਦਾਬੇ ਭਇਓ ਕਿਰਪਾਨ, ਤੀਖਨ ਧਾਰਾ ਦਿਖਿਓ ਮਹਾਨ। ਕਵੀ ਜੀ ਨੇ ਜ਼ਿਕਰ ਕੀਤਾ ਇਹ ਸਤਿਗੁਰੂ ਪਾਤਸ਼ਾਹ ਜੀਆਂ ਨੇ ਜਾਣ ਲਿਆ ਚੰਗੀ ਤਰ੍ਹਾਂ ਬਈ ਵਾਕਈ ਇਹ ਭਾਈ ਸ਼ਤਰੂ ਦਾ ਨਾਸ਼ ਕਰ ਦੇਵੇਗਾ ਜਦੋਂ ਪਿਸਤੌਲ ਦਾ ਨਿਸ਼ਾਨਾ ਲਗਾਇਆ ਜਾਵੇਗਾ। ਫਿਰ ਸਤਿਗੁਰਾਂ ਨੇ ਭਾਈ ਉਸ ਪੰਜ ਕਲਾ ਸ਼ਾਸਤਰ ਦੀ ਕਲ ਨੂੰ ਦੱਬਿਆ, ਭਾਵ ਬਟਨ ਦੱਬਿਆ ਤੇ ਉਹ ਕਿਰਪਾਨ ਬਣ ਗਈ, ਜਿਹਦੀ ਧਾਰਾ ਕਹੀਏ ਧਾਰ ਬੜੀ ਤੇਜ਼ ਹੈ, ਮਹਾਨ ਹੈ, ਤਿੱਖੀ ਹੈ। ਗਹਿ ਕਬਜ਼ਾ ਕਰ ਮਹਿ ਪ੍ਰਭ ਤਬੈ, ਇਤ ਉਤਕਾਰ ਦੇਖਿਓ ਸ਼ੁਭ ਤਬੈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਉਹ ਤਲਵਾਰ ਦਾ ਮੁੱਠਾ, ਕਬਜ਼ਾ ਨਾਮ ਮੁੱਠੇ ਦਾ ਹੁੰਦਾ,
ਇਸ ਤਰ੍ਹਾਂ ਦਸਤਾ ਜਾਂ ਮੁੱਠਾ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੱਥ ਵਿੱਚ ਪਕੜ ਕੇ ਫਿਰ ਭਾਈ ਇੱਧਰ ਉੱਧਰ ਘੁਮਾ ਕੇ ਚੰਗੀ ਤਰ੍ਹਾਂ ਤਲਵਾਰ ਨੂੰ ਵੇਖਿਆ ਹੈ। ਚੰਗੀ ਜਾਣਿਆ ਮਹਾਰਾਜ ਨੇ ਜਦੋਂ ਤਲਵਾਰ ਨੂੰ ਘੁਮਾ ਕੇ ਵੇਖਿਆ, ਸਤਿਗੁਰਾਂ ਨੇ ਜਾਣਿਆ ਤਲਵਾਰ ਬੜੀ ਸ਼ੁਭ ਸ਼੍ਰੇਸ਼ਟ ਹੈ। ਪੁਨ ਬਰਛੀ ਕਰਕੇ ਦਿਖਰਾਈ ਤੀਖਨ ਅਨੀਕ ਨੀਰ ਫਿਰ ਪਕਾਈ। ਸਤਿਗੁਰੂ ਜੀ ਨੇ ਉਹਦੀ ਭਾਈ ਜਦੋਂ ਕੱਲ ਬਟਨ ਦੱਬਿਆ ਤੇ ਉਹਦੀ ਉਹ ਜਿਹੜਾ ਪੰਜ ਕਲਾ ਸ਼ਾਸਤਰ ਹੈ ਉਹਦੀ ਬਰਸ਼ੀ ਬਣ ਗਈ। ਬਰਸ਼ੀ ਬਣ ਗਈ ਜਿਹਦੀ ਨੋਕ ਬੜੀ ਤਿੱਖੀ ਹੈ ਤੇ ਜਿਹੜੀ ਭਾਈ ਸ਼ਤਰੂ ਦਾ ਨਾਸ਼ ਕਰਨ ਵਾਲੀ ਹੈ। ਪੁਨ ਜਮ ਧਰ ਕੋ ਤਿਸ ਤੇ ਕਰਿਓ ਸੁੰਦਰ ਪਰੇ ਹਾਥ ਮੈਂ ਧਰਿਓ। ਇਸ ਤਰ੍ਹਾਂ ਭਾਈ ਐਸੀ ਬਰਸ਼ੀ ਬਣ ਗਈ ਜਿਹੜੀ ਭਾਈ ਵਾਕਈ ਸ਼ਤਰੂ ਦੇ ਪੇਟ ਵਿੱਚ ਉਦਰ ਵਿੱਚ ਮਾਰੀਏ ਤੇ ਉਹਦਾ ਨਾਸ਼ ਕਰ ਦੇਵੇ। ਫਿਰ ਸਤਿਗੁਰਾਂ ਨੇ ਭਾਈ ਇਹਦਾ ਬਟਨ ਦੱਬਿਆ ਤੇ ਇਹ ਜਮ ਧਰ ਗਈ, ਇਹ ਕਟਾਰ ਬਣ ਗਿਆ ਤੇ ਸੁੰਦਰ ਪਰੇ ਹਾਥ ਮੈਂ ਧਰਿਓ। ਜਦੋਂ ਕਟਾਰ ਬਣਾ ਕੇ ਇਹਨੂੰ ਹੱਥ ਵਿੱਚ ਸਤਿਗੁਰੂ ਮਹਾਰਾਜ ਮੁਬਾਰਕ ਦਸਤ ਦੇ ਵਿੱਚ ਸਤਿਗੁਰਾਂ ਨੇ ਪਕੜਿਆ ਨਾ ਕਟਾਰ ਨੂੰ ਤੇ ਬੜਾ ਸੋਹਣਾ ਲੱਗਦਾ ਹੈ। ਖਰ ਧਾਰਾ ਅਰ ਅਨੀ ਮਹਾਨੇ ਸ਼ਾਸਤਰ ਉਦਰ ਕੋ ਧਸ ਕਰ ਹਾਨੇ। ਇਸ ਤਰ੍ਹਾਂ ਭਾਈ ਜਿਹੜਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਕਟਾਰ ਬਣਾਇਆ, ਇਹਦੀ ਜਿਹੜੀ ਧਾਰ ਹੈ ਉਹ ਬੜੀ ਤਿੱਖੀ ਹੈ ਔਰ ਇਹਦੀ ਨੋਕ ਵੀ ਬੜੀ ਤਿੱਖੀ ਹੈ ਮਹਾਨ। ਛਤਰ ਉਦਰ ਕੋ ਧਸ ਕਰ ਹਾਨੇ, ਬਈ ਜਦੋਂ ਹੱਥੋਂ ਹੱਥੀ ਦਾ ਭਾਈ ਜੰਗ ਯੁੱਧ ਹੁੰਦਾ ਹੈ ਉਸ ਵੇਲੇ ਬੈਰੀ ਦੇ ਉਦਰ ਕਹੀਏ ਪੇਟ ਵਿੱਚ ਇਹਨੂੰ ਧਸਾ ਦਿੱਤਾ ਜਾਵੇ ਤੇ ਬੈਰੀ ਦਾ ਨਾਸ਼ ਕਰ ਦਿੰਦੀ ਹੈ। ਪਟੇਦਾਰ ਪੁਨ ਗੁਰਜ ਬਨਾਈ ਲਗਹਿ ਸੀਸ ਪੁਨ ਬਚਨ ਨ ਪਾਈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਾਸਤਰ ਦਾ ਬਟਨ ਦੱਬਿਆ ਤੇ ਕਵੀ ਜੀ ਨੇ ਜ਼ਿਕਰ ਕੀਤਾ ਭਾਈ ਉਸ ਵੇਲੇ ਜਿਹੜਾ ਇੱਕ ਮੁੱਠੇ ਵਾਲਾ ਗੁਰਜ ਹੁੰਦਾ ਹੈ ਉਹ ਆਮ ਕਰਕੇ ਸੰਗਤ ਜੀ ਅਸੀਂ ਜਿਹੜਾ ਇੱਕ ਤੇ ਗੁਰਜ ਹੁੰਦਾ ਨਾ ਹਨੂਮਾਨ ਦੇ ਹੱਥ ਵਿੱਚ ਪਕੜਿਆ ਹੋਇਆ ਤਿੱਖੀ ਜੀ ਨੋਕ ਵਾਲਾ, ਇਹ ਗੁਰਜ ਦੇ ਜਿਹੜਾ ਇਹਨੂੰ ਤਲਵਾਰ ਦੇ ਮੁੱਠੇ ਵਰਗਾ ਮੁੱਠਾ ਲੱਗਿਆ ਹੁੰਦਾ। ਕਈ ਸਿੰਘਾਂ ਨੇ ਪੁਰਾਤਨ ਇਹ ਸ਼ਾਸਤਰ ਵੇਖਿਆ ਹੋਣਾ, ਉਹਦੇ ਤੇ ਫਰਰੇ ਵਾਲਾ ਮੁੱਠਾ ਵੀ ਹੁੰਦਾ ਹੈ ਤੇ ਪਟੇਦਾਰ ਮੁੱਠਾ ਕਹੀਏ। ਇਹਦੇ ਤੇ ਇੱਕ ਭਾਈ ਜਿੱਥੇ ਹੱਥ ਪਕੜਦੇ ਆ ਨਾ ਅਸੀਂ ਉੱਥੇ ਪੱਟੀ ਚੌੜੀ ਜੀ ਲੱਗੀ ਹੁੰਦੀ ਹੈ ਵੀ ਹੱਥ ਤੇ ਸੱਟ ਨਾ ਵੱਜੇ, ਹੱਥ ਤੇ ਸ਼ਾਸਤਰ ਨਾ ਵੱਜੇ ਕੋਈ। ਇਸ ਕਰਕੇ ਇਹੋ ਜਿਹਾ ਇਹ ਗੁਰਜ ਬਣ ਗਿਆ, ਜੇ ਬੈਰੀ ਦੇ ਸੀਸ ਤੇ ਸਿਰ 'ਚ ਵੱਜੇ ਤੇ ਬੈਰੀ ਬਚ ਨਹੀਂ ਸਕਦਾ। ਸਭ ਕਲ ਪਰਖਤ ਹਰਖਤ ਨਾਥ ਸ਼ਾਸਤਰ ਅਜਾਇਬ ਧਰ ਕਰ ਹਾਥ। ਇਸ ਤਰ੍ਹਾਂ ਭਾਈ ਸਾਰੀਆਂ ਕਲਾ ਦੱਬ ਕੇ ਜਦੋਂ ਪੰਜ ਕਲਾ ਸ਼ਾਸਤਰ ਨੂੰ ਕਲਗੀਧਰ ਪਾਤਸ਼ਾਹ ਜਗਤ ਦੇ ਮਾਲਕ ਸਤਿਗੁਰਾਂ ਨੇ ਵੇਖਿਆ ਨਾ, ਪਰਖ ਕੇ ਸਤਿਗੁਰੂ ਬਹੁਤ ਪ੍ਰਸੰਨ ਹੋਏ ਕਿ ਸ਼ਾਸਤਰ ਅਜਾਇਬ ਧਰ ਕਰ ਹਾਥ। ਇਹ ਅਜੀਬ ਕਿਸਮ ਦਾ ਸ਼ਾਸਤਰ ਜਿਹੜਾ ਇਹ ਸਤਿਗੁਰੂ ਜੀ ਆਪਣੇ ਹੱਥ ਵਿੱਚ ਪਕੜ ਕੇ ਬਹੁਤ ਪ੍ਰਸੰਨ ਚਿੱਤ ਹੋਏ ਹਨ। ਬਾਹਰ ਤੁਰੰਗਮ ਸਭ ਫਿਰ ਵਾਏ ਮ੍ਰਿਗਨ ਸਮਾਨ ਧਵਾਏ ਖੁਦਾਏ। ਇਸ ਤਰ੍ਹਾਂ ਫਿਰ ਰਾਜਾ ਭਾਈ ਰਤਨ ਰਾਏ ਜਿਹੜਾ 5 ਘੋੜੇ ਲੈ ਕੇ ਆਇਆ, ਬੜੇ ਚੰਚਲ ਤੇ ਬੜੇ ਵੇਗ ਨਾਲ ਭੱਜਣ ਵਾਲੇ ਨੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਇਹਨਾਂ ਘੋੜਿਆਂ ਨੂੰ ਭਾਈ ਇੱਧਰ ਉੱਧਰ ਫਿਰਾਉਣਾ ਕੀਤਾ, ਦੌੜਾਉਣਾ ਕੀਤਾ। ਮ੍ਰਿਗਾਂ ਦੇ ਸਮਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਦੌੜਾਇਆ ਹੈ ਤੇ ਕੁਦਾਇਆ ਹੈ। ਜਰੇ ਜ਼ੀਨ ਜਾਂਬੂ ਨਦ ਕੇਰੇ ਰਤਨ ਰਾਏ ਕੋ ਪ੍ਰੇਮ ਬਡੇਰੇ। ਇਹਨਾਂ ਘੋੜਿਆਂ ਦੇ ਉੱਪਰ ਜਿਹੜੀਆਂ ਕਾਠੀਆਂ ਪਾਈਆਂ ਭਾਈ ਉਹ ਸੋਨੇ ਚਾਂਦੀ ਦੇ ਬਣੇ ਹੋਏ ਫੁੱਲਾਂ ਨਾਲ ਜੜੀਆਂ ਹੋਈਆਂ ਹੈ। ਰਤਨ ਰਾਏ ਦਾ ਸ੍ਰੇਸ਼ਟ ਪ੍ਰੇਮ ਦੇਖ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾ ਦ੍ਰਿਸ਼ਟ ਤੇ ਪਿਖਹਿ ਗੁਸਾਈ ਵਸਤ ਅਜਬ ਆਨੀ ਸਮਦਾਈ। ਇਸ ਤਰ੍ਹਾਂ ਭਾਈ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਜਗਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰਾਜਾ ਰਤਨ ਰਾਏ ਨੂੰ ਵੇਖਿਆ, ਤੱਕਿਆ ਏ। ਸਤਿਗੁਰਾਂ ਨੇ ਮਿਹਰ ਦੀ ਨਜ਼ਰ ਜਿਹੜੀ ਹੈ ਉਹ ਰਾਜਾ ਰਤਨ ਰਾਏ ਤੇ ਕੀਤੀ ਹੈ। ਕਿਉਂ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਮ ਦੇ ਸਹਿਤ ਬੜੀਆਂ ਅਜੀਬ ਵਸਤੂਆਂ ਇਹ ਸਾਡੇ ਹਜ਼ੂਰ ਲੈ ਕੇ ਆਇਆ ਹੈ। ਪੁਨਹਿ ਮਤੰਗ ਅਨਾਵਨ ਕੀਨੋ ਸੁੰਦਰ ਸਰਬ ਸ਼ਿੰਗਾਰ ਨਵੀਨੋ। ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀਆਂ ਦੇ ਹਜ਼ੂਰ ਰਾਜਾ ਰਤਨ ਰਾਏ ਨੇ ਭਾਈ ਜਿਹੜਾ ਹਾਥੀ ਲੈ ਕੇ ਆਂਦਾ ਏ ਉਹ ਹਾਥੀ ਮਹਾਰਾਜ ਸੱਚੇ ਪਾਤਸ਼ਾਹ ਦੇ ਹਜ਼ੂਰ ਮੰਗਵਾਉਣਾ ਕੀਤਾ। ਸੁੰਦਰ ਸਰਬ ਸ਼ਿੰਗਾਰ ਨਵੀਨੋ, ਜਿਹੜਾ ਹਾਥੀ ਹੈ ਉਹ ਸੋਹਣਾ ਸ਼ਿੰਗਾਰਿਆ ਹੋਇਆ ਚੰਗੀ ਤਰ੍ਹਾਂ ਭਲੀ ਪ੍ਰਕਾਰ ਕਰਕੇ। ਸ਼੍ਰੀ ਕਲਗੀਧਰ ਨਿਕਟ ਹਕਾਰਾ ਝੂਲਤ ਪਹੁੰਚਿਓ ਭਲੇ ਨਿਹਾਰਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਇਸ ਹਾਥੀ ਨੂੰ ਆਪਣੇ ਪਾਸ ਬੁਲਾਇਆ ਆਵਾਜ਼ ਮਾਰ ਕੇ। ਸਤਿਗੁਰਾਂ ਨੇ ਜਦੋਂ ਆਵਾਜ਼ ਮਾਰੀ ਇਸ ਹਾਥੀ ਨੂੰ, ਇਹ ਝੂਲਦਾ ਹੋਇਆ ਬੜੇ ਚੰਗੀ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਸ ਆ ਗਿਆ ਹੈ। ਕਦ ਮਹਿਖੇ ਸਮ ਸਦਮ ਆਨੰਦ ਤਿੰਨ ਦਿਸ ਪ੍ਰੇਰਤ ਸੁੰਡ ਬਿਲੰਦ। ਇਸ ਤਰ੍ਹਾਂ ਕਵੀ ਜੀ ਕਹਿੰਦੇ ਇਹ ਜਿਹੜਾ ਹਾਥੀ ਦਾ ਕੱਦ ਹੈ ਨਾ ਭਾਈ ਉਹ ਇਸ ਤਰ੍ਹਾਂ ਮਹਿਕੇ ਦੇ ਸਮਾਨ ਭਾਵ ਝੋਟੇ ਵਰਗਾ ਕੱਦ ਹੈ, ਮਧਰੇ ਜੇ ਕੱਦ ਦਾ ਇਹ ਹਾਥੀ ਹੈ ਜਿਹੜਾ ਮਾਨੋ ਆਨੰਦ ਦਾ ਘਰ ਹੀ ਹੈ। ਤਿੰਨ ਦਿਸ ਪ੍ਰੇਰਿਤ ਸੁੰਡ ਬਿਲੰਦ, ਇਹ ਨੇ ਭਾਈ ਆਪਣਾ ਜਿਹੜਾ ਸੁੰਡ ਹੈ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਨੂੰ ਪ੍ਰੇਰਨਾ ਕੀਤਾ, ਫੇਰਨਾ ਕੀਤਾ ਹੈ। ਪ੍ਰਭੂ ਪੇਖ ਤੇ ਹਾਥ ਲਗਾਇਓ ਮ੍ਰਿਦੁਲ ਦਿਲਾਸਾ ਦੈ ਠਹਿਰਾਇਓ। ਜਗਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣਾ ਪਵਿੱਤਰ ਹੱਥ
ਇਹਦੇ ਹਾਥੀ ਦੇ ਭਾਈ ਸਿਰ ਤੇ ਜਾਂ ਕਹੀਏ ਸੁੰਡ ਤੇ ਫੇਰ ਨਾ ਕੀਤਾ। ਮਹਾਰਾਜ ਨੇ ਆਪਣੇ ਹੱਥ ਨੂੰ ਇਹਦੇ ਹਾਥੀ ਦੇ ਨਾਲ ਸਪਰਸ਼ ਕੀਤਾ ਤੇ ਬਿਰਧ ਦਿਲਾਸਾ ਦੇ ਠਹਿਰਾਇਓ। ਮਿੱਠੇ ਬਚਨ ਬੋਲ ਕੇ ਸਤਿਗੁਰਾਂ ਨੇ ਇਸ ਹਾਥੀ ਨੂੰ ਆਪਣੇ ਪਾਸ ਠਹਿਰਾਇਆ ਹੈ। ਹਟ ਪੁਨ ਗੁਰ ਪਨਹੀ ਜਹ ਧਰੀ ਸੁੰਡ ਵਿਖੈ ਗਹਿ ਝਾਰਨ ਕਰੀ। ਸਤਿਗੁਰਾਂ ਨੇ ਬੜੇ ਬਿਰਧਲ ਬਚਨ ਇਹ ਹਾਥੀ ਦੇ ਤਾਈਂ ਕਹੇ ਭਾਈ ਤੇ ਹੱਥ ਫੇਰਿਆ। ਫਿਰ ਇਹ ਹਾਥੀ ਪਿੱਛੇ ਨੂੰ ਹਟਿਆ। ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦਾ ਪਵਿੱਤਰ ਜੋੜਾ ਪਿਆ ਇਹ ਨਾ, ਹਾਥੀ ਨੇ ਆਪਣੇ ਸੁੰਡ ਵਿੱਚ ਉਹ ਜਿਹੜਾ ਜੋੜਾ ਪਕੜ ਕੇ ਉਹਨੂੰ ਝਾੜਨਾ ਕੀਤਾ ਹੈ। ਭਲੇ ਬਨਾਏ ਟਿਕਾਏ ਅਗਾਰੀ ਬਿਸਮਤ ਸਭਾ ਬਿਲੋਕਤ ਸਾਰੀ। ਕਵੀ ਜੀ ਕਹਿੰਦੇ ਭਾਈ ਇਹਨੇ ਸੁੰਡ ਵਿੱਚ ਸਤਿਗੁਰਾਂ ਦਾ ਜੋੜਾ ਪਕੜ ਕੇ ਉਹਨੂੰ ਚੰਗੀ ਤਰ੍ਹਾਂ ਝਾੜਿਆ ਹੈ, ਫਿਰ ਜੋੜ ਕੇ ਅੱਗੇ ਟਿਕਾ ਦਿੱਤਾ ਚੰਗੀ ਤਰ੍ਹਾਂ ਬਣਾ ਕੇ। ਸਾਰੀ ਸਭਾ ਭਾਈ ਸੰਗਤ ਜਿੰਨੀ ਸਭਾ ਵਿੱਚ ਬੈਠੀ ਹੈ ਹਾਥੀ ਦੀ ਇਸ ਵਰਤਾਰੇ ਨੂੰ ਵੇਖ ਕੇ ਬੜੀ ਪ੍ਰਸੰਨ ਹੋਈ, ਹੈਰਾਨ ਹੋ ਗਏ ਸਾਰੇ। ਗਹਿ ਸਤਿਗੁਰ ਧਨ ਬਾਨ ਚਲਾਏ ਪ੍ਰੇਰਿਓ ਗੱਜ ਬੀਨਤ ਤਹ ਜਾਏ। ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੇ ਹੱਥ ਵਿੱਚ ਕਮਾਨ ਪਕੜ ਕੇ ਉਹਦੇ ਤੇ ਤੀਰ ਚੜਾ ਕੇ ਭਾਈ ਚਲਾਉਣਾ ਕੀਤੇ ਚਿੱਲੇ ਤੇ। ਫਿਰ ਸਤਿਗੁਰਾਂ ਨੇ ਜਦੋਂ ਹਾਥੀ ਨੂੰ ਪ੍ਰੇਰਿਆ ਨਾ, ਮਹਾਰਾਜ ਨੇ ਇਸ਼ਾਰਾ ਕੀਤਾ ਤੇ ਇਹ ਹਾਥੀ ਜਿਹੜਾ ਸੀ ਉਹ ਜਿਹੜੇ ਮਹਾਰਾਜ ਨੇ ਤੀਰ ਚਲਾਏ ਉਹਨਾਂ ਨੂੰ ਚੁਣਨ ਲੱਗ ਗਿਆ, ਭਾਵ ਇਕੱਲੇ ਇਕੱਲੇ ਕਰਕੇ ਇਕੱਠੇ ਕਰਨ ਲੱਗ ਗਿਆ ਹੈ। ਸਭ ਇਕੱਠੇ ਕਰ ਸੁੰਡ ਮਝਾਰੀ ਧਰੇ ਆਨ ਕਰ ਪ੍ਰਭ ਅਗਾਰੀ। ਇਸ ਤਰ੍ਹਾਂ ਪ੍ਰਭੂ ਅਗਾਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਦੇ ਚਲਾਏ ਹੋਏ ਤੀਰ ਇਹ ਹਾਥੀ ਨੇ ਇੱਕ ਇੱਕ ਕਰਕੇ ਇਕੱਠੇ ਕੀਤੇ, ਇਕੱਠੇ ਕਰਕੇ ਆਪਣੇ ਸੁੰਡ ਵਿੱਚ ਫੜੇ ਨੇ। ਫਿਰ ਕਵੀ ਜੀ ਜ਼ਿਕਰ ਕਰਦੇ ਆ ਭਾਈ ਉਹ ਜਿਹੜੇ ਸਾਰੇ ਤੀਰ ਇਕੱਠੇ ਕਰਕੇ ਲਿਆ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੇ ਅੱਗੇ ਰੱਖ ਦਿੱਤੇ। ਚਲਤ ਚਾਲ ਚੰਚਲ ਅਤ ਚਾਰੂ ਇਤ ਉਤ ਫਿਰਤ ਤੁਰਤ ਤਤਵਾਰੂ। ਹਾਂ, ਇਸ ਤਰ੍ਹਾਂ ਭਾਈ ਇਹ ਜਿਹੜਾ ਸੋਭਾ ਵਾਲਾ ਹਾਥੀ ਹੈ ਨਾ, ਚਲਤ ਚਾਲ ਚੰਚਲ ਅਤ ਚਾਰੂ, ਬੜੀ ਚੰਚਲਤਾਈ ਵਾਲੀ ਬੜੀ ਸੋਹਣੀ ਚਾਲ ਤੁਰਦਾ ਹੈ, ਇੱਧਰ ਉੱਧਰ ਫਿਰਦਾ ਹੈ ਭਾਈ ਬੜਾ ਸੋਭਾ ਦੇ ਸਹਿਤ। ਲਗ ਲਗ ਕਿੰਕਨ ਗੁਰ ਮਹਿ ਬਾਜਹਿ ਕੰਚਨ ਕਾਮ ਝੂਲ ਸੁਭ ਸਾਜਹਿ। ਇਸ ਤਰ੍ਹਾਂ ਕਵੀ ਜੀ ਕਹਿੰਦੇ ਲਗ ਲਗ ਕਿੰਕਨ ਗਰ ਮਹਿ ਵਾਜੈ। ਘੁੰਗਰੂਆਂ ਦੀ ਜਿਹੜੀ ਕੰਗਰਾਲ ਹੈ ਨਾ ਭਾਈ ਉਹ ਗਲ ਵਿੱਚ ਪਾਈ ਹੋਈ, ਨਿੱਕੇ ਨਿੱਕੇ ਘੁੰਗਰੂਆਂ ਦੀ ਉਹ ਵੱਜਦੀ ਹੈ ਜਦੋਂ ਹਾਥੀ ਤੁਰਦਾ। ਇਹਦੇ ਗਲੇ ਵਿੱਚ ਘੁੰਗਰੂ ਪਾਏ ਹੋਏ ਨੇ, ਸਿੱਧੇ ਸ਼ਬਦਾਂ 'ਚ ਕਹੀਏ ਤੇ ਉਹ ਭਾਈ ਆਵਾਜ਼ ਪੈਦਾ ਕਰਦੇ ਨੇ, ਖੜਕਦੇ ਨੇ। ਤੇ ਕੰਚਨ ਕਾਮ ਝੂਲ ਸੁਭ ਸਾਜੈ, ਸੋਨੇ ਦਾ ਕੀਤਾ ਹੋਇਆ ਕੰਮ ਹੈ ਜਿਸ ਝੁੱਲ ਤੇ, ਜਿਹੜਾ ਹਾਥੀ ਉੱਪਰ ਝੁੱਲ ਪਾਇਆ ਹੋਇਆ ਹੈ ਉਹਦੇ ਉੱਪਰ ਸੋਨੇ ਦਾ ਕੰਮ ਕੀਤਾ ਹੋਇਆ ਬੜਾ ਸਜ ਰਿਹਾ ਹੈ। ਜਲ ਕੋ ਲੇ ਪੁਨ ਸੁੰਡ ਪਖਾਰੀ ਗਹਿਵਾਈ ਤਿਸ ਮਹਿ ਭਰ ਝਾਰੀ। ਇਸ ਤਰ੍ਹਾਂ ਭਾਈ ਫਿਰ ਹਾਥੀ ਨੇ ਜਲ ਕੋ ਲੈ ਪੁਨ ਸੁੰਡ ਪਖਾਰੀ, ਪਹਿਲਾਂ ਲੈ ਕੇ ਪਾਣੀ ਲੈ ਕੇ ਨਾ ਜਲ ਲੈ ਕੇ ਹਾਥੀ ਦੀ ਸੁੰਡ ਨੂੰ ਧੁਲਾਇਆ ਗਿਆ, ਹਾਥੀ ਦੀ ਸੁੰਡ ਨੂੰ ਧੋਤਾ ਗਿਆ ਹੈ ਜਾਂ ਕਹੀਏ ਸ਼ੁੱਧ ਕੀਤਾ ਗਿਆ। ਗਹਿਵਾਈ ਤਿਸ ਮਹਿ ਭਰ ਝਾਰੀ, ਝਾਰੀ ਕਹਿ ਦਈਏ ਸੁਰਾਹੀ ਨੂੰ ਭਾਈ, ਇੱਕ ਬਰਤਨ ਦਾ ਨਾਮ ਹੈ। ਇੱਕ ਬਰਤਨ ਜਿਹੜਾ ਪਾਣੀ ਵਾਲਾ ਉਹ ਹਾਥੀ ਦੀ ਸੁੰਡ ਵਿੱਚ ਪਕੜਾ ਦਿੱਤਾ ਹੈ। ਜਥਾ ਦਾਸ ਕਰ ਚਰਨ ਧੁਆਵ ਹੈ ਤਥਾ ਨੀਰ ਝਾਰੀ ਤੇ ਪਾਵ ਹੈ। ਇਸ ਤਰ੍ਹਾਂ ਭਾਈ ਜਿਵੇਂ ਕੋਈ ਸੇਵਕ ਆਪਣੇ ਮਾਲਕ ਦੇ ਚਰਨ ਧਵਾਉਂਦਾ, ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੱਖ ਸਤਿਗੁਰਾਂ ਦੇ ਚਰਨ ਧਵਾਉਂਦੇ ਸੀ, ਜਥਾ ਦਾਸ ਕਰ ਚਰਨ ਧਵਾਵੈ, ਜਿਵੇਂ ਭਾਈ ਜਿਹੜੀ ਉਹ ਸੁਰਾਹੀ ਹੈ ਹੱਥ ਵਿੱਚ ਪਕੜ ਕੇ ਸੇਵਕ ਜਲ ਨਾਲ ਮਹਾਰਾਜ ਦੇ ਚਰਨ ਧਵਾਉਂਦੇ, ਇਸ ਤਰ੍ਹਾਂ ਹਾਥੀ ਨੇ ਆਪਣੇ ਸੁੰਡ ਵਿੱਚ ਉਹ ਸੁਰਾਹੀ ਨੂੰ ਪਕੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਨ ਜਿਹੜੇ ਹੈ ਚਰਨਾਂ ਤੇ ਪਾਣੀ ਪਾ ਕੇ ਮਹਾਰਾਜ ਦੇ ਚਰਨ ਧੋਣ ਲੱਗਾ ਹੈ। ਗੁਰ ਕੇ ਪਾਏ ਪਖਾਰਨ ਕਰੇ ਪਟ ਕੋ ਗਹਿ ਪਹੁੰਚੇ ਬਿਦ ਖਰੇ। ਫਿਰ ਭਾਈ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨ ਇਸ ਹਾਥੀ ਨੇ ਧਵਾਣਾ ਕੀਤੇ ਹੈ, ਚੰਗੀ ਤਰ੍ਹਾਂ ਗੁਰੂ ਪਾਤਸ਼ਾਹ ਦੇ ਚਰਨ ਧੋਤੇ। ਫਿਰ ਕੱਪੜੇ ਪਟ ਕੋ ਗਹਿ ਪਹੁੰਚੇ ਬਿਦ ਖਰੇ, ਫਿਰ ਚੰਗੀ ਤਰ੍ਹਾਂ ਭਾਈ ਕੱਪੜਾ ਪਕੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਸਾਫ਼ ਕੀਤਾ ਹੈ। ਚਮਰ ਚਾਰ ਕੋ ਤਬ ਗਹਿ ਵਾਇਓ ਥਿਰ ਹੋਏ ਗੁਰ ਪਰ ਭਲੇ ਚੁਲਾਇਓ। ਇਸ ਤੋਂ ਬਾਅਦ ਭਾਈ ਹਾਥੀ ਦੀ ਸੁੰਡ ਦੇ ਵਿੱਚ ਸੁੰਦਰ ਚੌਰ ਪਕੜਾਇਆ ਗਿਆ ਹੈ, ਸੁੰਦਰ ਚੌਰ ਪਕੜਾਇਆ ਗਿਆ ਤੇ ਹਾਥੀ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਪਿੱਛੇ ਜਾ ਕੇ ਖਲੋ ਗਿਆ ਤੇ ਚੰਗੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਸੀਸ ਤੇ ਚੌਰ ਝੁਲਾਉਣ ਲੱਗਾ ਹੈ। ਜਥਾ ਦਾਸ ਲੈ ਮਤ ਕਰ ਫੇਰ ਹੈ ਤਿਥਾ ਟੋਰਾਵਤ ਚਾਮਰ ਪ੍ਰੇਰ ਹੈ। ਇਸ ਤਰ੍ਹਾਂ ਜਿਵੇਂ ਭਾਈ ਗੁਰੂ ਕਾ ਦਾਸ ਗੁਰੂ ਕੇ ਸੇਵਕ ਜਿਹੜੇ ਆ ਮਹਾਰਾਜ ਜੀਆਂ ਦੇ ਸੀਸ ਤੇ ਚਰਨ ਤੇ ਸੀਸ ਤੇ ਜਿਹੜਾ ਚੌਰ ਫੇਰਦੇ ਆ, ਉਸੇ ਤਰ੍ਹਾਂ ਜਥਾ ਦਾਸ ਲੈ ਮਤ ਕਰ ਫੇਰ ਹੈ, ਜਿਵੇਂ ਕਹੀਏ ਸ੍ਰੇਸ਼ਟ ਬੁੱਧੀ ਦੇ ਨਾਲ ਗੁਰੂ ਕੇ ਸਿੱਖ ਗੁਰੂ ਮਹਾਰਾਜ ਜੀਆਂ ਦੀ ਚੌਰ ਦੀ ਸੇਵਾ ਕਰਦੇ ਨੇ, ਉਸੇ ਤਰ੍ਹਾਂ ਇਹ ਹਾਥੀ ਜਿਹੜਾ ਏ ਬੜੇ ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਮਹਾਰਾਜ ਜੀਆਂ ਦੇ ਸੀਸ ਤੇ ਚੌਰ ਦੀ ਸੇਵਾ ਕਰਦਾ ਹੈ। ਨਹੀਂ ਤੇ ਆਮ ਕਰਕੇ ਭਾਈ ਚੌਰ ਦੀ ਸੇਵਾ ਵੀ ਜਿਹੜੀ ਹੈ ਨਾ ਉਹ ਕਿਸੇ ਨੂੰ ਕਰਨੀ ਨਹੀਂ ਆਉਂਦੀ, ਇੱਦਾਂ ਫੜਾ ਜਿਹੜਾ ਚੌਰ ਹੈ ਨਾ ਉਹ ਇੱਧਰ ਉੱਧਰ ਫੇਰਦੇ ਆ।
ਬਈ ਜਿਹੜਾ ਚੌਰ ਹੈ ਬੜੀ ਭਾਵਨਾ ਦੇ ਨਾਲ ਗੁਰੂ ਪਾਤਸ਼ਾਹ ਜੀਆਂ ਤੇ ਚਲਾਉਣਾ ਚਾਹੀਦਾ ਤੇ ਬੜੀ ਭਾਵਨਾ ਨਾਲ ਪ੍ਰੇਮ ਨਾਲ ਇਸ ਹਾਥੀ ਨੇ ਮਹਾਰਾਜ ਦੇ ਸੀਸ ਤੇ ਚੌਰ ਨੂੰ ਪ੍ਰੇਰਨਾ ਕੀਤਾ, ਫੇਰਨਾ ਕੀਤਾ ਹੈ। ਇਤੇ ਆਦਿਕ ਵਿਦਿਆ ਦਿਖਰਾਈ ਹਰਖਤ ਗੁਰੂ ਸਭਾ ਬਿਸਮਾਈ। ਇਸ ਤੋਂ ਆਦ ਲੈ ਕੇ ਜਿੰਨੀ ਸਿੱਖਿਆ ਹਾਥੀ ਦੇ ਕੋਲ ਜਿੰਨੀ ਵਿਦਿਆ ਸੀ ਸਿਖਾਈ ਗਈ ਭਾਈ ਉਹਨੂੰ, ਉਹ ਸਤਿਗੁਰਾਂ ਦੇ ਹਜ਼ੂਰ ਦਿਖਾਲੀ ਰਾਜਾ ਰਤਨ ਰਾਏ ਨੇ ਮੰਤਰੀਆਂ ਨੂੰ ਕਹਿ ਕੇ ਹਾਥੀ ਦੀ ਸਿੱਖਿਆ ਪ੍ਰਗਟ ਕੀਤੀ ਮਹਾਰਾਜ ਜੀਆਂ ਦੇ ਅੱਗੇ ਵੀ ਹਾਥੀ ਕੀ ਕਰਦਾ ਏ। ਸਤਿਗੁਰੂ ਪਾਤਸ਼ਾਹ ਮਹਾਰਾਜ ਬਹੁਤ ਪ੍ਰਸੰਨ ਹੋਏ। ਸਭਾ ਵਿੱਚ ਵਿਰਾਜਮਾਨ ਸਾਰੀਆਂ ਸੰਗਤਾਂ ਬਹੁਤ ਆਨੰਦ ਹੋਈਆਂ, ਪ੍ਰਸੰਨ ਹੋਈਆਂ, ਹੈਰਾਨ ਹੋ ਗਈਆਂ ਇਸ ਹਾਥੀ ਦੇ ਕਰਤੱਵ ਵੇਖ ਕਰਕੇ। ਹੋਏ ਪ੍ਰਸੰਨ ਮੁਖ ਬਾਕ ਉਚਰਿਓ ਨਾਮ ਪ੍ਰਸਾਦੀ ਗਜ ਕੋ ਧਰਿਓ। ਇਸ ਤਰ੍ਹਾਂ ਭਾਈ ਕਲਗੀਧਰ ਪਾਤਸ਼ਾਹ ਨੇ ਖੁਸ਼ ਪ੍ਰਸੰਨ ਹੋ ਕੇ ਪਵਿੱਤਰ ਮੁਖਾਰ ਬਿੰਦ ਤੋਂ ਫਿਰ ਬਚਨ ਉਚਾਰਨ ਕੀਤੇ ਤੇ ਇਸ ਹਾਥੀ ਦਾ ਨਾਮ ਜਿਹੜਾ ਇਹ ਪ੍ਰਸ਼ਾਦੀ ਹਾਥੀ ਧਰਿਆ ਸਤਿਗੁਰਾਂ ਨੇ। ਪ੍ਰਸ਼ਾਦ ਨਾਮ ਹੁੰਦਾ ਹੈ ਆਨੰਦ ਦਾ, ਭਾਈ ਬਹੁਤਾ ਆਨੰਦ ਦੇਣ ਵਾਲਾ ਇਹ ਹਾਥੀ, ਇਸ ਕਰਕੇ ਮਹਾਰਾਜ ਨੇ ਇਹਦਾ ਨਾਮ ਪ੍ਰਸ਼ਾਦੀ ਹਾਥੀ ਰੱਖ ਦਿੱਤਾ। ਸਿਤਾ ਘ੍ਰਿਤ ਮੈਦਾ ਸਮੁਦਾਏ ਜੇ ਤੱਕ ਖਾਏ ਰਹੇ ਤ੍ਰਿਪਤਾਏ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਹੁਕਮ ਅਨੁਸਾਰ ਭਾਈ ਇਹਨੂੰ ਖੰਡ ਘਿਓ ਮੈਦਾ ਆਦਿਕ ਖਾਣ ਵਾਸਤੇ ਦਿੱਤਾ ਗਿਆ। ਮਹਾਰਾਜ ਕਹਿੰਦੇ ਬਈ ਇਹਨੂੰ ਖੰਡ ਘਿਓ ਮੈਦਾ ਜੋ ਵੀ ਹੈ ਛਕਣ ਵਾਸਤੇ ਇਹਨੂੰ ਪਾਇਆ ਜਾਵੇ, ਜਿੰਨਾ ਕੋ ਖਾ ਕੇ ਇਹ ਤ੍ਰਿਪਤ ਹੋ ਜਾਵੇ ਉਹਨਾਂ ਪਾਇਆ ਜਾਵੇ ਇਸ ਨੂੰ। ਸੌਂਪਿਓ ਦਾਸਨ ਕੋ ਇਤ ਸੇਵਾ ਭਏ ਕਿਰਪਾਲ ਪ੍ਰਭੂ ਗੁਰਦੇਵਾ। ਇਸ ਤਰ੍ਹਾਂ ਭਾਈ ਇਹ ਜਿਹੜਾ ਹਾਥੀ ਦੀ ਸਾਂਭ ਸੰਭਾਲ ਦੀ ਸੇਵਾ ਏ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸੇਵਕਾਂ ਨੂੰ ਸਿੱਖਾਂ ਨੂੰ ਸੰਭਾਲ ਦਿੱਤਾ। ਇਹ ਹਾਥੀ ਵੀ ਇਹਦੀ ਭਲੀ ਪ੍ਰਕਾਰ ਕਰਕੇ ਸੇਵਾ ਕਰਨੀ ਹੈ ਭਾਈ। ਕਿਰਪਾਲੂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਰਾਜਾ ਰਤਨ ਰਾਏ ਦੇ ਉੱਪਰ। ਰਤਨ ਰਾਏ ਕਰ ਜੋਰ ਉਚਾਰਾ ਸੁਨਹੁ ਜਗਤ ਗੁਰ ਰਾਤ ਮਝਾਰਾ। ਇਸ ਤਰ੍ਹਾਂ ਭਾਈ ਫਿਰ ਰਾਜਾ ਰਤਨ ਰਾਏ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਾਣ ਲਵੋ ਜਦੋਂ ਰਾਤ ਦਾ ਹਨੇਰਾ ਹੋਵੇ ਜੀ। ਜਵਲਤ ਮਸਾਲ ਦੇਹ ਗਹਿਵਾਈ ਕਰਤ ਪ੍ਰਕਾਸ਼ ਚਲਿਓ ਮਗ ਜਾਈ। ਰਾਤ ਦੇ ਹਨੇਰੇ ਵਿੱਚ ਜੇ ਕਿਸੇ ਪਾਸੇ ਜਾਣਾ ਪੈ ਜਾਵੇ ਨਾ ਫਿਰ ਬਲਦੀ ਹੋਈ ਮਸਾਲ ਇਹਦੀ ਸੁੰਡ ਵਿੱਚ ਪਕੜਾ ਦਿਓ। ਇਹ ਮਹਾਰਾਜ ਸੱਚੇ ਪਾਤਸ਼ਾਹ ਉਸ ਮਸਾਲ ਦੇ ਨਾਲ ਆਪਣੀ ਸੁੰਡ ਵਿੱਚ ਪਕੜ ਕੇ ਅੱਗੇ ਅੱਗੇ ਪ੍ਰਕਾਸ਼ ਕਰਦਾ, ਚਾਨਣ ਕਰਦਾ ਰਸਤੇ ਵਿੱਚ ਜਾਂਦਾ ਹੈ। ਸੁਮਤ ਬੰਤ ਜਿਮ ਚਾਹ ਕਰਾਵਹਿ ਅਵਲੋਕਤ ਲੋਕਨ ਬਿਸਮਾਵਹਿ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਹਾਥੀ ਸੁਮਤ ਬੰਤ ਜਿਮ ਚਾਹ ਕਰਾਵੇ। ਜਿਹੜਾ ਸਿਆਣਾ ਮਨੁੱਖ ਹੁੰਦਾ ਆਪਣੀ ਸਿਆਣਪ ਦੇ ਨਾਲ ਜੋ ਚਾਹਵੇ ਇਸ ਹਾਥੀ ਕੋਲੋਂ ਕੰਮ ਕਰਵਾ ਸਕਦਾ ਹੈ। ਐਸੇ ਹਾਥੀ ਦੇ ਵਰਤਾਰੇ ਨੂੰ ਵੇਖ ਕੇ ਇਹਦੇ ਕਰਤੱਵ ਵੇਖ ਕੇ ਅਵਲੋਕਤ ਲੋਕਨ ਬਿਸਮਾਵਹਿ, ਜਿਹੜੇ ਵੀ ਲੋਕ ਵੇਖਦੇ ਨੇ ਇਹਦੇ ਕਰਤੱਵਾਂ ਨੂੰ ਤੇ ਬਿਸਮਾਵਹਿ ਕਹੀਏ ਹੈਰਾਨ ਹੋ ਜਾਂਦੇ, ਅਚਰਜ ਹੋ ਜਾਂਦੇ ਹਨ। ਇਸ ਕੇ ਸਮ ਜਗ ਲਹੀ ਹੈ ਆਨਨਾ ਸਹਤ ਸੁਪੇਤੇ ਸੋਬਤ ਆਨਨ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਹਾਥੀ ਦੇ ਵਰਗਾ ਦੂਸਰਾ ਕੋਈ ਹਾਥੀ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ ਹੈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਸਹਿਤ ਸੁਪੈਦੇ ਸੋਬਤ ਆਨਨ। ਮਹਾਰਾਜ ਇਹ ਹਾਥੀ ਜਿਹੜਾ ਇਹ ਸੁੰਦਰ ਡੀਲ ਡੋਲ ਵਾਲਾ, ਇਹਦੇ ਮਸਤਕ ਦੇ ਉੱਪਰ ਚਿੱਟੇ ਰੰਗ ਦੀ ਸੁਪੈਦੀ ਹੈ ਜਿਹੜੀ, ਉਹਦੇ ਸਹਿਤ ਇਹਦਾ ਮੱਥਾ ਬੜਾ ਸੋਭਦਾ ਹੈ ਜੀ। ਨਹਨ ਨਗਰ ਅਰ ਨਹ ਕਿਸ ਕਾਨਨ ਕਿਤ ਦੇਖ ਹੈ ਜੇ ਸੁਨੀਐ ਨਾ ਕਾਨਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨਾ ਤਾਂ ਕਿਸੇ ਨਗਰ ਵਿੱਚ, ਨਾ ਕਿਸੇ ਸ਼ਹਿਰ ਵਿੱਚ ਤੇ ਨਾ ਕਿਸੇ ਜੰਗਲ ਵਿੱਚ ਇਹੋ ਜਿਹਾ ਦੂਸਰਾ ਹਾਥੀ ਕਦੇ ਵੇਖਿਆ ਨਹੀਂ ਤੇ ਕਿਤੇ ਪਾਇਆ ਨਹੀਂ ਜਾਂਦਾ। ਕਿਤ ਦੇਖਿਆ ਜੇ ਸੁਣਿਆ ਨਾ ਕਾਨਨ। ਮਹਾਰਾਜ ਸੱਚੇ ਪਾਤਸ਼ਾਹ ਨਾ ਤਾਂ ਕਿਸੇ ਨਗਰ ਸ਼ਹਿਰ ਵਿੱਚ ਇਹੋ ਜਿਹਾ ਦੂਸਰਾ ਕੋਈ ਹਾਥੀ ਸੁਣਿਆ ਏ ਤੇ ਨਾ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਜੰਗਲ ਦੇ ਵਿੱਚ ਇਹੋ ਜਿਹਾ ਹਾਥੀ ਹੋਵੇਗਾ ਇਹ ਕੰਨਾਂ ਦੁਆਰਾ ਕਦੀ ਵੀ ਨਹੀਂ ਸੁਣਿਆ। ਸਰਬ ਸ਼੍ਰੋਮਣ ਰਾਵਰ ਜੈਸੇ ਵਸਤ ਅਮੋਲ ਪ੍ਰਾਪਤ ਤੈਸੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਆਪ ਸਾਰਿਆਂ ਵਿੱਚ ਸ਼੍ਰੋਮਣੀ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਆਪ ਸਾਰੀ ਸ੍ਰਿਸ਼ਟੀ ਵਿੱਚੋਂ ਸ਼੍ਰੋਮਣੀ ਹੋ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਅਮੋਲਕ ਵਸਤੂਆਂ ਵੀ ਆਪ ਜੀ ਨੂੰ ਸ਼੍ਰੋਮਣੀ ਰੂਪ ਵਿੱਚ ਹੀ ਪ੍ਰਾਪਤ ਹੋਈਆਂ ਹਨ ਸਾਰੀਆਂ ਜੀ। ਜਾਨੀ ਪਰੇ ਕਰੇ ਅਨੁਮਾਨ ਸੁਰਪਤ ਕੋ ਗਜਰਾਜ ਮਹਾਨ। ਤੇ ਰਾਜਾ ਰਤਨ ਰਾਏ ਸਤਿਗੁਰਾਂ ਨੂੰ ਬੇਨਤੀ ਪੂਰਵਕ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਇਉਂ ਅਨੁਮਾਨ ਲਾ ਕੇ ਜਾਣਿਆ ਜਾਂਦਾ ਹੈ ਬਈ ਜਿਵੇਂ ਸੁਰਪਤ ਕੋ ਗਜਰਾਜ ਮਹਾਨ, ਜਿਵੇਂ ਇੰਦਰ ਦੇਵਤਾ ਜਿਹੜਾ ਰਾਜਿਆਂ ਦਾ ਦੇਵਤਿਆਂ ਦਾ ਰਾਜਾ ਹੈ ਉਹਦੇ ਕੋਲ ਐਰਾਵਤ ਹਾਥੀ ਹੈ ਨਾ ਜਿਹੜਾ। ਨਿਜ ਤਨ ਕੋ ਤੁਮ ਹਿਤ ਪਲਟਾਇਓ ਅਲਪ ਆਕਾਰ ਬਚਿੱਤਰ ਬਣਾਇਓ। ਮਹਾਰਾਜ ਸੱਚੇ ਪਾਤਸ਼ਾਹ ਇਉਂ ਲੱਗਦਾ ਹੈ ਜਿਵੇਂ ਉਸ ਐਰਾਵਤ ਹਾਥੀ ਨੇ ਆਪ ਜੀ ਦੀ ਸੇਵਾ ਕਰਨ ਵਾਸਤੇ ਆਪਣਾ ਤਨ ਜਿਹੜਾ ਏ ਨਿਜ ਤਨ ਕੋ ਤੁਮ ਹਿਤ ਪਲਟਾਇਓ,
ਬਈ ਆਪਣੇ ਸਰੀਰ ਨੂੰ ਇਸ ਧਰਤੀ ਤੇ ਆ ਕੇ ਅਵਤਾਰ ਜਨਮ ਲਿਆ ਇਸ ਹਾਥੀ ਨੇ ਤੁਹਾਡੀ ਸੇਵਾ ਕਰਨ ਵਾਸਤੇ। ਮਾਨੋ ਵੀ ਇੰਦਰ ਦੇ ਹਾਥੀ ਨੇ ਮਹਾਰਾਜ ਤੁਹਾਡੀ ਸੇਵਾ ਵਾਸਤੇ ਆ ਕੇ ਇੱਥੇ ਜਨਮ ਲਿਆ ਹੈ। ਅਲਪ ਆਕਾਰ ਵਿਚਿੱਤਰ ਬਣਾਇਓ, ਇਹਨੇ ਆਪਣਾ ਛੋਟਾ ਜਿਹਾ ਕੱਦ ਕਾਠ ਬਣਾਇਆ ਹੈ ਤੇ ਵਿਚਿੱਤਰ ਅਚਰਜ ਹੀ ਜਿਹੜਾ ਇਹਦਾ ਕੱਦ ਕਾਠ ਹੈ ਵੇਖਣ ਵਿੱਚ ਬੜਾ ਅਚਰਜਮਈ ਹੈ। ਕਰਨ ਆਪ ਕੋ ਮੁਦਤ ਬਡੇਰੋ, ਆਇਓ ਸ਼ਰਨ ਲੀਨ ਮਿਸ ਮੇਰੋ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਜਾ ਰਤਨ ਰਾਏ ਕਹਿਣ ਲੱਗਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰਨ ਆਪ ਕੋ ਮੁਦਤ ਵਡੇਰੂ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੂੰ ਬਹੁਤਾ ਪ੍ਰਸੰਨ ਕਰਨ ਵਾਸਤੇ ਇਹ ਰਾਜਾ ਰਤਨ ਰਾਏ ਦਾ ਮੰਤਰੀ ਕਹਿੰਦਾ ਮਹਾਰਾਜ ਆਪ ਜੀ ਦੀ ਪ੍ਰਸੰਨਤਾ ਆਪ ਜੀ ਦੀ ਖੁਸ਼ੀ ਲੈਣ ਵਾਸਤੇ ਰਾਜਾ ਰਤਨ ਰਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦੇ ਦਰਸ਼ਨਾਂ ਵਾਸਤੇ ਆਇਆ ਹਾਂ, ਜਾਂ ਕਹੀਏ ਭਾਈ ਮੇਰੇ ਬਹਾਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਜਿਹੜੇ ਨੇ ਉਹ ਹੋਏ ਨੇ, ਮੈਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਸਾਂ। ਹੇਤ ਰਜਾਵਨ ਤੁਮਹਿ ਵਿਧਾਤਾ, ਕਿਦੋਂ ਪਠਿਓ ਰਚ ਕਰ ਗਜ ਗਾਤਾ। ਜਾਂ ਇਉਂ ਕਹਿ ਦਈਏ ਮਹਾਰਾਜ ਸੱਚੇ ਪਾਤਸ਼ਾਹ ਨੂੰ ਰਾਜਾ ਰਤਨ ਰਾਏ ਕਹਿਣ ਲੱਗਾ ਮਹਾਰਾਜ ਮੇਰੇ ਮਹਾਨੇ ਸਾਰੀਆਂ ਅਮੋਲਕ ਵਸਤੂਆਂ ਆਪ ਜੀ ਦੀ ਸ਼ਰਨ ਵਿੱਚ ਪਹੁੰਚ ਗਈਆਂ ਤੇ ਹੇਤ ਰਜਾਵਨ ਤੁਮਹਿ ਵਿਧਾਤਾ। ਜਿਵੇਂ ਅਕਾਲ ਪੁਰਖ ਪਰਮੇਸ਼ਰ ਜੀ ਨੇ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪ ਜੀਆਂ ਨੂੰ ਪ੍ਰਸੰਨ ਕਰਨ ਵਾਸਤੇ ਕਿਦੋਂ ਪਠਿਓ ਰਚ ਕਰ ਗਜ ਗਾਤਾ। ਮਹਾਰਾਜ ਕਿਸੇ ਪਾਸਿਓਂ ਇਸ ਹਾਥੀ ਨੂੰ ਗਜ ਨੂੰ ਸਜਾ ਕੇ ਪੈਦਾ ਕਰਕੇ ਆਪ ਜੀ ਦੀ ਸੇਵਾ ਵਾਸਤੇ ਵਿਸ਼ੇਸ਼ ਤੌਰ ਤੇ ਭੇਜਿਆ ਹੈ ਜੀ। ਇਹਦੇ ਇਤਿਆਦਿਕ ਕਾਰਨ ਕੁਛ ਹੋਏ, ਨਾਹੀ ਤਾਂ ਇਹ ਸਮ ਦੁਤੀਏ ਨਾ ਮਹਾਰਾਜ ਕੋਏ। ਇਸ ਤੋਂ ਆਦ ਲੈ ਕੇ ਹੋਰ ਕੋਈ ਕਾਰਨ ਹੋ ਸਕਦਾ, ਕਿਉਂਕਿ ਇਹੋ ਜਿਹਾ ਹਾਥੀ ਨਾ ਤਾਂ ਕਿਤੇ ਸੁਣਿਆ ਕਿਸੇ ਜੰਗਲ ਵਿੱਚ ਨਾ ਕਿਸੇ ਨਗਰ ਸ਼ਹਿਰ ਵਿੱਚ ਹੈ। ਇਸ ਤੋਂ ਆਦ ਲੈ ਕੇ ਹੋਰ ਕੁਝ ਵੀ ਆਪ ਜੀ ਦੀ ਸੇਵਾ ਬਾਬਤ ਤੇ ਜਿਹੜਾ ਪਰਮੇਸ਼ਰ ਨੇ ਪੈਦਾ ਕੀਤਾ, ਨਾ ਹੀ ਤਾਂ ਇਹ ਸਮ ਦੁੱਤੀ ਹੈ ਨਾ ਕੋਈ। ਮਹਾਰਾਜ ਸੱਚੇ ਪਾਤਸ਼ਾਹ ਦਾ ਵਿਸ਼ੇਸ਼ ਆਪ ਜੀ ਦੀ ਸੇਵਾ ਵਾਸਤੇ ਹੀ ਇਹ ਵਸਤੂਆਂ ਜਿਹੜੀਆਂ ਨੇ ਇਸ ਧਰਤੀ ਤੇ ਸੰਸਾਰ ਵਿੱਚ ਪੈਦਾ ਹੋਈਆਂ ਨੇ, ਨਹੀਂ ਤਾਂ ਇਸ ਹਾਥੀ ਵਰਗਾ ਦੂਸਰਾ ਹਾਥੀ ਕਿਤੇ ਦੂਜੀ ਥਾਂ ਤੇ ਜਾਣਿਆ ਨਹੀਂ ਜਾਂਦਾ ਜੀ। ਰਤਨ ਰਾਏ ਕੇ ਸੁਨ ਸ਼ੁਭ ਬੈਨ, ਖੁਸ਼ੀ ਕੀਨ ਗੁਰ ਕਰਨਾ ਰਾਜਾ ਨੈਨ। ਰਤਨ ਰਾਏ ਦੇ ਸ੍ਰੇਸ਼ਟ ਬਚਨ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਦਇਆ ਦੀ ਨਜ਼ਰ ਦੁਆਰਾ ਇਸ ਰਾਜੇ ਰਤਨ ਰਾਏ ਨੂੰ ਤੱਕਿਆ ਹੈ ਤੇ ਖੁਸ਼ੀ ਕੀਤੀ ਹੈ। ਇਸੇ ਦੇ ਉੱਪਰ ਬਹੁਤੀ ਰਾਜਾ ਰਤਨ ਰਾਏ ਦੇ ਉੱਪਰ ਗੁਰੂ ਕਲਗੀਧਰ ਜੀ ਦੀ ਬਹੁਤੀ ਖੁਸ਼ੀ ਹੋਈ ਹੈ। ਸ਼ਸਤਰ ਮਤੰਗ ਆਦਵਥ ਜੇਈ, ਲਿਆਏ ਅਜਾਇਬ ਹਮ ਹਿਤ ਤੇਈ। ਇਸ ਤਰ੍ਹਾਂ ਕਵੀ ਜੀ ਜ਼ਿਕਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੇ ਰਾਜਾ ਰਤਨ ਰਾਏ ਉੱਪਰ ਬਹੁਤੀ ਪ੍ਰਸੰਨਤਾ ਕੀਤੀ ਹੈ, ਕਿਉਂਕਿ ਰਾਜਾ ਰਤਨ ਰਾਏ ਸ਼ਸਤਰ ਘੋੜੇ ਹਾਥੀ ਆਦਿਕ ਜਿਤਨੀਆਂ ਵੀ ਵਸਤੂਆਂ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਵਾਸਤੇ ਬੜੀ ਅਜੀਬ ਕਿਸਮ ਦੀਆਂ ਲੈ ਕਰਕੇ ਆਇਆ ਹੈ। ਪ੍ਰੇਮ ਵਿਸਾਲ ਅਹੈ ਜਸ ਤੇਰੇ, ਤਸ ਪ੍ਰਾਪਤ ਫਲ ਆਨੰਦ ਗੁਰੂ ਵਡੇਰੇ। ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੇ ਬਚਨ ਕੀਤਾ ਪ੍ਰੇਮ ਵਿਸਾਲ ਹੈ ਜਸ ਤੇਰੇ ਰਾਜਨ, ਤੇਰੇ ਹਿਰਦੇ ਦੇ ਅੰਦਰ ਗੁਰੂ ਨਾਨਕ ਦੇ ਘਰ ਪ੍ਰਤੀ ਵੱਡਾ ਭਾਰੀ ਪ੍ਰੇਮ ਹੈ। ਤਸ ਪ੍ਰਾਪਤ ਫਲ ਆਨੰਦ ਵਡੇਰੇ, ਜਿਸ ਤਰ੍ਹਾਂ ਦਾ ਤੇਰੇ ਹਿਰਦੇ ਵਿੱਚ ਜਿਹੜਾ ਭਾਵਨਾ ਹੈ, ਜਿਸ ਤਰ੍ਹਾਂ ਦਾ ਤੇਰੇ ਹਿਰਦੇ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਪ੍ਰੇਮ ਹੈ, ਉਸੇ ਤਰ੍ਹਾਂ ਦਾ ਤੈਨੂੰ ਵੱਡਾ ਆਨੰਦ ਸੁਖ ਰੂਪੀ ਫਲ ਪ੍ਰਾਪਤ ਹੋਵੇਗਾ। ਪੂਰਬ ਜਨਮ ਹੁਤੋ ਗੁਰ ਸਿੱਖ, ਨਿਰਪ ਕੋ ਦਿਆ ਸੁਖ ਭੋਗ ਭਵਿਖ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਦਾ ਤੇਰੇ ਹਿਰਦੇ 'ਚ ਪ੍ਰੇਮ ਹੈ ਉਸੇ ਤਰ੍ਹਾਂ ਦਾ ਤੈਨੂੰ ਸੁਖ ਆਨੰਦ ਪ੍ਰਾਪਤ ਹੋਇਆ। ਮਹਾਰਾਜ ਨੇ ਨਾਲ ਹੀ ਬਚਨ ਕੀਤੇ ਵੀ ਪਿਛਲੇ ਜਨਮ ਵਿੱਚ ਰਾਜਾ ਰਤਨ ਰਾਏ ਤੂੰ ਗੁਰੂ ਦਾ ਸਿੱਖ ਸੀ, ਤੂੰ ਸਾਡਾ ਸਿੱਖ ਸੈਂ, ਨਿਰਪ ਕੋ ਦੀਏ ਸੁਖ ਭੋਗ ਭਵਿਖ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਿਛਲੇ ਜਨਮ ਵਿੱਚ ਤੈਨੂੰ ਰਾਜਾਪਣੇ ਦੇ ਸੁੱਖਾਂ ਦੇ ਭੋਗ ਭਵਿੱਖਤ ਬਚਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਰ ਰੂਪੀ ਬਚਨ ਹੋਏ ਸਨ ਬਈ ਤੇਰਾ ਜਨਮ ਜਿਹੜਾ ਏ ਉਹ ਰਾਜਾ ਰੂਪ ਵਿੱਚ ਹੋਏਗਾ ਤੇ ਸਾਰੇ ਸੁੱਖਾਂ ਨੂੰ ਭੋਗੇਗਾ। ਇਮ ਕਹਿ ਪਦ ਅਰਬਿੰਦ ਪਖਾਰੇ, ਪਾਹੁਲ ਦਈ ਭਾਗ ਜਿਸ ਭਾਰੇ। ਇਸ ਤਰ੍ਹਾਂ ਕਹਿ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਕਵਲ ਸਰੀਖੇ ਚਰਨਾਂ ਦੀ ਇਮ ਕਹਿ ਪਦ ਅਰਬਿੰਦ ਪਖਾਰੇ। ਸਤਿਗੁਰਾਂ ਨੇ ਆਪਣੇ ਕਵਲ ਸਰੀਖੇ ਚਰਨ ਜਿਹੜੇ ਹਨ ਉਹ ਧਲਾਉਣਾ ਕੀਤੇ ਧਵਾਏ ਨੇ ਤੇ ਫਿਰ ਚਰਨਾਮ੍ਰਿਤ ਚਰਨ ਪਹੁਲ ਜਿਹੜੀ ਹੈ ਉਹ ਵੱਡੇ ਭਾਗਾਂ ਵਾਲੇ ਰਾਜੇ ਨੂੰ ਦੇਣਾ ਕੀਤੀ ਹੈ। ਵਾਹਿਗੁਰੂ ਨਿਜ ਮੰਤਰ ਦ੍ਰਿੜਾਇਓ, ਭੋਗ ਮੋਖ ਦਾ ਭਲੇ ਬਤਾਇਓ। ਫਿਰ ਭਾਈ ਵਾਹਿਗੁਰੂ ਗੁਰੂ ਮੰਤਰ ਜੋ ਗੁਰੂ ਨਾਨਕ ਦੇ ਘਰੋਂ ਬਖਸ਼ਿਸ਼ ਕੀਤਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੇ ਵਾਹਿਗੁਰੂ ਗੁਰੂ ਮੰਤਰ ਰਾਜਾ ਰਤਨ ਰਾਏ ਨੂੰ ਦ੍ਰਿੜ ਕਰਵਾਇਆ ਤੇ ਬਚਨ ਕੀਤੇ ਨੇ ਵਾਹਿਗੁਰੂ ਗੁਰੂ ਮੰਤਰ ਜਿਹੜਾ ਏ ਇਹ ਭੋਗ ਤੇ ਮੋਖ ਦਾ ਦਾਤਾ ਏ, ਇਹ ਭੋਗ ਮੋਖ ਨੂੰ ਦੇਣ ਵਾਲਾ ਹੈ। ਸਚਵਨ ਸਹਤ ਚਮੂ ਨਰ ਬ੍ਰਿੰਦ, ਲੇ ਪਗ ਪਾਹੁਲ ਅਧਿਕ ਆਨੰਦ। ਹਾਂ ਇਸ ਤਰ੍ਹਾਂ ਭਾਈ ਸਮੂਹ ਵਜ਼ੀਰਾਂ ਸੈਨਿਕਾਂ ਦੇ ਸਮੇਤ ਜਿੰਨੀ ਵੀ ਸੈਨਾ ਹੈ ਸਾਰੇ ਮਨੁੱਖਾਂ ਨੇ ਲੇ ਪਗ ਪਾਹੁਲ ਅਧਿਕ ਆਨੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਦੀ ਪਹੁਲ ਪ੍ਰਾਪਤ ਕੀਤੀ। ਰਾਜੇ ਦੇ ਸਮੇਤ ਸੈਨਿਕਾਂ ਨੇ ਇਹਦੀ ਸੈਨਾ ਨੇ
ਇਹਦੇ ਅਹਿਲਕਾਰਾਂ ਨੇ ਸਾਰਿਆਂ ਨੇ ਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਦੀ ਪਹੁਲ ਨੂੰ ਪ੍ਰਾਪਤ ਕੀਤਾ ਹੈ ਤੇ ਹਿਰਦੇ 'ਚ ਭਾਰੀ ਆਨੰਦ ਭਾਈ ਸਭ ਨੇ ਪ੍ਰਾਪਤ ਕੀਤਾ, ਸਭਨਾਂ ਨੂੰ ਆਨੰਦ ਸੁਖ ਪ੍ਰਾਪਤ ਹੋਇਆ ਹੈ। ਸੋ ਇੱਥੋਂ ਸੰਗਤ ਜੀ ਇਹ ਵੀ ਪਤਾ ਲੱਗ ਜਾਂਦਾ ਵੀ ਜਦੋਂ ਖੰਡੇ ਕੀ ਪਹੁਲ ਸਤਿਗੁਰਾਂ ਨੇ ਨਹੀਂ ਤਿਆਰ ਕੀਤੀ ਸੀ, ਉਸ ਤੋਂ ਪਹਿਲਾਂ ਗੁਰੂ ਪਾਤਸ਼ਾਹ ਮਹਾਰਾਜ ਚਰਨ ਪਹੁਲ ਦਿਆ ਕਰਦੇ ਸੀ ਗੁਰਸਿੱਖਾਂ ਨੂੰ। ਪ੍ਰੇਮ ਵਿਸਾਲ ਸਿੱਖ ਹੋਏ ਰਾਜਾ, ਕ੍ਰਿਤਕ੍ਰਿਤ ਹੋਏ ਹੋ ਸਹਿਤ ਸਮਾਜਾ। ਇਸ ਤਰ੍ਹਾਂ ਭਾਈ ਭਾਰੀ ਪ੍ਰੇਮ ਦੇ ਸਹਿਤ ਰਾਜਾ ਰਤਨ ਰਾਏ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦਾ ਸਿੱਖ ਹੋਇਆ ਹੈ ਤੇ ਚਰਨ ਪਹੁਲ ਪ੍ਰਾਪਤ ਕਰਕੇ ਕਿਰਤਾਰਥ ਹੋਇਆ ਹੈ, ਬੜਾ ਆਨੰਦ ਪ੍ਰਸੰਨ ਹੋਇਆ ਹੈ ਸਾਰੀ ਭਾਈ ਸੈਨਾ ਸਮਾਜ ਦੇ ਸਹਿਤ ਰਾਜਾ ਰਤਨ ਰਾਏ। ਕਰਤ ਸੁਜਸ ਕੋ ਗਮਨਿਓ ਡੇਰੇ, ਰਹਿਓ ਆਨੰਦਪੁਰ ਦਿਨ ਬਹੁ ਤੇਰੇ। ਇਸ ਤਰ੍ਹਾਂ ਭਾਈ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦਾ ਸ੍ਰੇਸ਼ਟ ਜਸ ਕਰਦਿਆਂ ਰਾਜਾ ਰਤਨ ਰਾਏ ਆਪਣੇ ਡੇਰੇ ਕਹੀਏ ਆਪਣੇ ਸਥਾਨ ਤੇ ਪਹੁੰਚਿਆ, ਜਿੱਥੇ ਤੰਬੂ ਲੱਗੇ ਨੇ ਉੱਥੇ ਪਹੁੰਚਿਆ ਸੈਨਾ ਦੇ ਸਮੇਤ। ਰਹਿਓ ਆਨੰਦਪੁਰ ਦਿਨ ਬਹੁ ਤੇਰੇ। ਫਿਰ ਭਾਈ ਰਾਜਾ ਰਤਨ ਰਾਏ ਬਹੁਤ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਹਜੂਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੀ ਠਹਿਰਿਆ ਰਿਹਾ। ਦਰਸ਼ਨ ਜਾਏ ਨਿਤਾ ਪ੍ਰਤ ਕਰੈ, ਬੈਠੈ ਕਿਤਕ ਕਾਲ ਮੁਦ ਧਰੈ। ਇਸ ਤਰ੍ਹਾਂ ਭਾਈ ਹਰ ਰੋਜ਼ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਕਰਿਆ ਕਰਦਾ ਰਾਜਾ ਰਤਨ ਰਾਏ ਤੇ ਬੈਠੈ ਕਿਤਕ ਕਾਲ ਮੁਦ ਧਰੈ। ਫਿਰ ਬੜਾ ਸਮਾਂ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਸ ਬੈਠਾ ਸ੍ਰੇਸ਼ਟ ਆਨੰਦ ਨੂੰ ਪ੍ਰਾਪਤ ਕਰਦਾ ਗੁਰੂ ਕੀ ਸੰਗਤ ਦੇ ਵਿੱਚ। ਸਤਿਗੁਰ ਪਰਚਹਿ ਗਜ ਮੰਗਵਾਵਹਿ, ਆਨ ਕਾਜ ਤਿਸਤੇ ਕਰਵਾਵਹਿ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਸਤਿਗੁਰੂ ਪਾਤਸ਼ਾਹ ਰਾਜਾ ਰਤਨ ਰਾਏ ਦੁਆਰਾ ਭੇਟ ਕੀਤਾ ਹਾਥੀ ਜਿਹੜਾ ਹੈ ਉਹਨੂੰ ਕਈ ਵਾਰ ਆਪਣੇ ਪਾਸ ਮੰਗਾਉਂਦੇ ਤੇ ਉਹਦੇ ਵਿੱਚ ਪਰਚ ਜਾਂਦੇ। ਆਨ ਕਾਜ ਤਿਸ ਤੇ ਕਰਵਾਵੇ, ਜਿੰਨੇ ਵੀ ਗੁਰੂ ਘਰ ਦੇ ਕਾਰਜ ਸਨ ਸੇਵਾਵਾਂ ਜੋਗ ਉਹ ਸਾਰੀਆਂ ਮਹਾਰਾਜ ਸੱਚੇ ਪਾਤਸ਼ਾਹ ਹਾਥੀ ਕੋਲੋਂ ਕਰਵਾਉਂਦੇ। ਕਬ ਪੁਤਲੀਨ ਬਿਲੋਕ ਤਮਾਸ਼ਾ, ਜੋ ਕਲ ਦਾਬੇ ਗੀਰਤ ਪਾਸਾ। ਇਸ ਤਰ੍ਹਾਂ ਭਾਈ ਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਚੌਂਕੀ ਦੇ ਬਟਨ ਨੂੰ ਦੱਬ ਦਿੰਦੇ ਤੇ ਫਿਰ ਕਠਪੁਤਲੀਆਂ ਦਾ ਤਮਾਸ਼ਾ ਮਹਾਰਾਜ ਸੱਚੇ ਪਾਤਸ਼ਾਹ ਦੇਖਿਆ ਕਰਦੇ। ਜਿਹੜੀਆਂ ਪੁਤਲੀਆਂ ਉਹਦੇ ਵਿੱਚੋਂ ਨਿਕਲਦੀਆਂ ਉਹਨਾਂ ਦਾ ਤਮਾਸ਼ਾ ਵੇਖਦੇ। ਜੋ ਕੱਲ ਦਾਬੇ ਗੇਰਤ ਪਾਸਾ, ਕਿ ਜਿਹੜੀਆਂ ਪੁਤਲੀਆਂ ਸਨ ਭਾਈ ਉਹ ਚੌਂਕੀ ਦਾ ਬਟਨ ਦੱਬੀਏ ਤੇ ਉਹ ਫਿਰ ਡਾਲਣੇ ਜੇ ਸੁੱਟ ਕੇ ਨਾ ਚੌਪੜ ਖੇਡਣ ਲੱਗ ਜਾਂਦੀਆਂ, ਪਾਸਾ ਖੇਡਦੀਆਂ। ਕਬਹੂ ਸ਼ਾਸਤਰ ਅਜਾਇਬ ਹੀਰੈ, ਬਨਹਿ ਅਪਰ ਬਿਦ ਜਬ ਕਲ ਫੇਰੈ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੀ ਮੌਜ ਹੁੰਦੀ ਕਬਹੂ ਸ਼ਸਤਰ ਅਜਾਇਬ ਹੀਰਾ। ਕਦੀ ਕਦੀ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਅਜੀਬ ਕਿਸਮ ਦਾ ਪੰਜ ਕਲਾ ਸ਼ਾਸਤਰ ਹੈ ਇਹਨੂੰ ਵੇਖਦੇ ਨੇ, ਜਿਹਦੇ ਭਾਈ ਬਟਨ ਦੱਬੀਏ ਬਨਹਿ ਅਪਰ ਬਿਦ ਜਬ ਕਲ ਫੇਰੈ। ਜਦੋਂ ਇਹਦੀ ਕਲ ਦੱਬੀਏ ਬਟਨ ਦੱਬੀਏ ਤੇ ਇਹ ਭਾਈ ਕਈ ਪ੍ਰਕਾਰ ਦਾ ਜਿਹੜਾ ਰੂਪ ਇਹਦਾ ਸ਼ਾਸਤਰਾਂ ਦਾ ਬਣ ਜਾਂਦਾ। ਕਬਹੂ ਰਤਨ ਰਾਈ ਲਈ ਸਾਥ, ਚੜ੍ਹੈ ਅਖੀਰ ਬ੍ਰਿਤ ਕਉ ਨਾਥ। ਫਿਰ ਕਦੇ ਕਦੇ ਮਹਾਰਾਜ ਸੱਚੇ ਪਾਤਸ਼ਾਹ ਰਾਜਾ ਰਤਨ ਰਾਏ ਨੂੰ ਆਪਣੇ ਨਾਲ ਲੈ ਕਰਕੇ ਸ਼ਿਕਾਰ ਬਿਰਤੀ ਧਾਰਨ ਕਰਕੇ ਜਗਤ ਦੇ ਮਾਲਕ ਸਤਿਗੁਰੂ ਜੀ ਜੀਵਾਂ ਦੀ ਕਲਿਆਣ ਹਿਤ ਸ਼ਿਕਾਰ ਨੂੰ ਚੜ੍ਹ ਜਾਂਦੇ। ਬਨ ਮਹਿ ਵਿਚਰੈ ਮ੍ਰਿਗਨ ਪਰਹਾਰੈ, ਸ਼ਿਕਰੇ ਸ਼ਵਾਨ ਬਾਜ ਖਗ ਮਾਰੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਬਨ ਮਹਿ ਵਿੱਚ ਰਹਿ ਮ੍ਰਿਗਨ ਪ੍ਰਹਾਰ ਹੈ। ਸਤਿਗੁਰੂ ਜੀ ਜੰਗਲ ਦੇ ਵਿੱਚ ਵਿਚਰਦੇ ਨੇ ਤੇ ਅਨੇਕ ਮ੍ਰਿਗਾਂ ਦਾ ਸ਼ਿਕਾਰ ਕਰਦੇ ਨੇ। ਫਿਰ ਭਾਈ ਸਤਿਗੁਰੂ ਮਹਾਰਾਜ ਆਪਣੇ ਨਾਲ ਸ਼ਿਕੜੇ ਬਾਜ ਸਵਾਨ ਕਹੀਏ ਕੁੱਤੇ ਆਦਿਕ ਜਿਹੜੇ ਸ਼ਿਕਾਰੀ ਉਹ ਨਾਲ ਲੈ ਕੇ ਜਾਂਦੇ। ਉਹਨਾਂ ਦੁਆਰਾ ਵੀ ਪੰਛੀਆਂ ਦਾ ਜਾਨਵਰਾਂ ਦਾ ਸ਼ਿਕਾਰ ਕਰਦੇ ਤੇ ਉਹਨਾਂ ਦੀ ਕਲਿਆਣ ਕਰਦੇ ਸਤਿਗੁਰੂ ਜੀ। ਕਬਹੂ ਕਰੈ ਕਰੀੜਾ ਜਲ ਕੇਰੀ, ਪਿਰਹਿ ਦੁਦਿਸ਼ ਤੇ ਚੀਂਟ ਕਨੇਰੀ। ਕਦੀ ਕਦੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮੂਹ ਸਿੰਘਾਂ ਦੇ ਸਮੇਤ ਭਾਈ ਸਤਲੁਜ ਦਰਿਆ ਦੇ ਵਿੱਚ ਚਲੇ ਜਾਂਦੇ। ਉੱਥੇ ਫਿਰ ਜਾ ਕੇ ਜਲ ਕਰੀੜਾ ਕਰਦੇ ਮਹਾਰਾਜ, ਜਲ ਦੇ ਵਿੱਚ ਸਤਿਗੁਰੂ ਜੀ ਖੇਡਦੇ ਤੇ ਦੋ ਜੋਟੀਆਂ ਮਹਾਰਾਜ ਸੱਚੇ ਪਾਤਸ਼ਾਹ ਦੋ ਗਰੁੱਪ ਬਣਾ ਲੈਂਦੇ। ਇੱਕ ਗਰੁੱਪ ਸਤਿਗੁਰੂ ਜੀ ਦਾ ਹੁੰਦਾ ਤੇ ਇੱਕ ਦੂਸਰੇ ਸਿੱਖਾਂ ਦਾ ਭਾਈ ਗੁਲਾਬ ਰਾਏ ਹੁਣਾਂ ਦਾ ਸ਼ਾਮ ਦਾ ਰਾਏ ਹੁਣਾਂ ਦਾ ਗਰੁੱਪ ਹੁੰਦਾ। ਤੇ ਸਤਿਗੁਰੂ ਫਿਰ ਆਪਸ ਦੇ ਵਿੱਚ ਇੱਕ ਦੂਸਰੇ ਵੱਲ ਪਾਣੀ ਦੀਆਂ ਉਂਜਲਾਂ ਭਰ ਭਰ ਕੇ ਛਿੱਟੇ ਮਾਰਿਆ ਕਰਦੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜਲ ਦੇ ਵਿੱਚ ਖੇਡਾਂ ਖੇਡਦੇ। ਕਬਹੂ ਆਯੁਧ ਵਿਦਿਆ ਕਰੈ, ਤੀਰ ਪ੍ਰਹਾਰੈ ਕਰ ਧਨ ਧਰੈ। ਫਿਰ ਕਦੇ ਕਦੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਮੌਜ ਬਣਦੀ ਸਤਿਗੁਰਾਂ ਦੀ ਫਿਰ ਭਾਈ ਸ਼ਾਸਤਰ ਵਿਦਿਆ ਦਾ ਅਭਿਆਸ ਕਰਦੇ। ਤੀਰ ਪ੍ਰਹਾਰੈ ਕਰ ਧਨ ਧਰੈ। ਮਹਾਰਾਜ ਸੱਚੇ ਪਾਤਸ਼ਾਹ ਹੱਥ ਵਿੱਚ ਕਮਾਨ ਪਕੜ ਕੇ ਫਿਰ ਸਤਿਗੁਰੂ ਜੀ ਤੀਰਾਂ ਦੇ ਨਾਲ ਨਿਸ਼ਾਨੇ ਲਗਾਇਆ ਕਰਦੇ। ਕਬਹੂ ਕਸਹਿ ਤੁਫੰਗ ਚਲਾਵਹਿ, ਛੋਰਹਿ ਹੈ ਪਰ ਚੜੇ ਤਵਾਵਹਿ। ਕਦੇ ਕਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਤਿਗੁਰਾਂ ਦੀ ਮੌਜ ਹੁੰਦੀ ਫਿਰ ਸਤਿਗੁਰੂ ਜੀ ਤੁਫੰਗ ਕਹੀਏ ਰਾਈਫਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਕੱਸ਼ ਕੇ ਪਕੜ ਲੈਂਦੇ ਭਾਈ ਆਪਣੇ ਹੱਥ ਵਿੱਚ। ਫਿਰ ਘੋੜੇ ਤੇ ਸਵਾਰ ਹੋ ਕੇ ਉਹਨੂੰ ਦੜਾਉਂਦੇ ਘੋੜੇ ਨੂੰ ਤੇ ਫਿਰ ਉਸ ਰਾਈਫਲ ਨੂੰ ਚਲਾਉਣਾ ਕਰਦੇ। ਤੋਮਰ ਫੇਰ ਕਵਾਇਦ ਕਰੈ, ਸਮੁਖ ਅਨੀ ਜਿਮ ਸ਼ਤਰੂ ਮਰੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਦੀ ਵਰਸ਼ਾ ਆਪਣੇ ਹੱਥ ਵਿੱਚ ਪਕੜ ਲੈਂਦੇ ਤੇ ਉਸ ਵਰਸ਼ੇ ਨੂੰ ਘੁਮਾਉਂਦੇ ਤੇ ਪਰੇਡ ਜੀ ਕਰਦੇ। ਸਮੁਖ ਅਨੀ ਜਿਮ ਸ਼ਤਰੂ ਮਰੈ।
ਮਹਾਰਾਜ ਸੱਚੇ ਪਾਤਸ਼ਾਹ ਉਸ ਬਰਸ਼ੇ ਨੂੰ, ਉਸ ਨੇਜੇ ਨੂੰ ਆਪਣੇ ਹੱਥ ਵਿੱਚ ਇਸ ਤਰ੍ਹਾਂ ਪਕੜ ਕੇ ਸਾਹਮਣੇ ਨੂੰ ਕਰਦੇ, ਮਾਨੋ ਵੀ ਬੈਰੀ ਨੂੰ ਮਾਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਰ ਕਰ ਰਹੇ ਹੋਣ। ਇਸ ਪ੍ਰਕਾਰ ਕੇ ਅਨਕ ਬਿਲਾਸਾ ਕਰਹਿ ਗੁਰੂ ਪੂਰਹਿ ਸਭ ਇਸ ਤੋਂ ਆਸ਼ਾ। ਆਦ ਲੈ ਕੇ ਕਵੀ ਜੀ ਕਹਿੰਦੇ ਕਈ ਪ੍ਰਕਾਰ ਦੇ ਚੋਜ ਆਨੰਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਰਹਿ ਗੁਰੂ ਪੂਰਹਿ ਸਭ ਆਸਾ। ਕਈ ਤਰ੍ਹਾਂ ਦੇ ਚੋਜ ਵਿਲਾਸ ਮਹਾਰਾਜ ਕਰਦੇ ਤੇ ਆਪਣੇ ਗੁਰਸਿੱਖਾਂ ਦੀਆਂ ਆਸਾਵਾਂ ਦੀ ਸਤਿਗੁਰੂ ਪੂਰਤੀ ਕਰਦੇ ਹਨ। ਕੇਤਕ ਦਿਵਸ ਲਓ ਦੁਰਦ ਪ੍ਰਸਾਦੀ ਕਿਸ ਥਲ ਬੰਧਿਓ ਰਹਿ ਆਹਲਾਦੀ। ਇਹ ਜਿਹੜਾ ਭਾਈ ਪ੍ਰਸ਼ਾਦੀ ਹਾਥੀ ਹੈ ਨਾ, ਉਹ ਕੁਝ ਕੁ ਦਿਨ ਗੁਰਸਿੱਖਾਂ ਨੇ ਭਾਈ ਆਪਣੇ ਪਾਸ ਰੱਖਿਆ ਸਤਿਗੁਰਾਂ ਦੇ ਹੁਕਮ ਦੁਆਰਾ ਵੀ ਭਾਈ ਇਹਦੀ ਸੇਵਾ ਸੰਭਾਲ ਕਰੋ, ਤੇ ਗੁਰਸਿੱਖਾਂ ਨੇ ਉਸ ਪ੍ਰਸ਼ਾਦੀ ਹਾਥੀ ਨੂੰ ਇੱਕ ਥਾਂ ਤੇ ਨਾ ਬੰਨ੍ਹ ਕੇ ਰੱਖਿਆ ਹੋਇਆ ਸੀ। ਪਿਖ ਪ੍ਰਸੰਨ ਸਤਿਗੁਰੂ ਮਹਾਨੋ ਗਜ ਦਾਸਨ ਕੇ ਸਾਥ ਉਸ ਬਖਾਨਿਓ। ਬੰਦੇ ਹੋਏ ਹਾਥੀ ਨੂੰ ਜਿਹੜਾ ਆਨੰਦ ਦੇ ਵਿੱਚ ਖਲੋਤਾ ਹੋਇਆ ਸੀ ਨਾ, ਸਤਿਗੁਰਾਂ ਨੇ ਵੇਖ ਕੇ ਪ੍ਰਸੰਨਤਾ ਜ਼ਾਹਰ ਕਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ, ਜਿਹੜੇ ਮਹਾਨ ਸਤਿਗੁਰੂ ਨੇ, ਜਿਹੜੇ ਭਾਈ ਹਾਥੀ ਦੀ ਸੇਵਾ ਸੰਭਾਲ ਕਰਨ ਵਾਲੇ ਸੇਵਕ ਨੇ, ਉਹਨਾਂ ਨੂੰ ਬਚਨ ਕੀਤਾ ਕਲਗੀਧਰ ਪਾਤਸ਼ਾਹ ਜੀ ਨੇ। ਨਹਿਨ ਪ੍ਰਸਾਦੀ ਬੰਧਨ ਪਾਵਹੋ ਇਮਹੀ ਛੋਰਹੁ ਸੇਵਕ ਕਲਗੀਧਰ ਮਾਵਹੋ। ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਜਿਹੜਾ ਇਹ ਪ੍ਰਸ਼ਾਦੀ ਹਾਥੀ ਹੈ, ਇਹਨੂੰ ਬੰਨਿਆ ਨਾ ਕਰੋ, ਇਹਨੂੰ ਖੁੱਲਾ ਹੀ ਛੱਡ ਦਿਓ। ਇਹ ਮਹੀ ਛੋਰਹੁ ਸੇਵਕ ਮਾਵੋ। ਸਤਿਗੁਰੂ ਜੀ ਕਹਿੰਦੇ ਇਹਨੂੰ ਖੁੱਲਾ ਹੀ ਛੱਡ ਦਿਓ ਤੇ ਇਹਦੀ ਖੁੱਲੇ ਫਿਰਦੇ ਦੀ ਉਹੀ ਸੇਵਾ ਕਰੋ, ਸੇਵਾ ਕਮਾਉਣਾ ਕਰੋ। ਫਿਰ ਹੈ ਆਨੰਦਪੁਰ ਜਹ ਜਹ ਕਹਾ ਆਪੇ ਥਿਰੈ ਜਹਾਂ ਰੁਚ ਤਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੀ ਰੁਚੀ ਦੇ ਅਨੁਸਾਰ ਜਿੱਥੇ ਇਹਦੀ ਇੱਛਾ ਹੋਈ ਖਲੋ ਜਾਇਆ ਕਰੇਗਾ, ਤੇ ਆਨੰਦਪੁਰ ਸਾਹਿਬ ਜਿੱਥੇ ਇਹਦੀ ਮਰਜ਼ੀ, ਜਿਵੇਂ ਇਹਦਾ ਮਨ ਕਰੇਗਾ ਉਸੇ ਤਰ੍ਹਾਂ ਹੀ ਇਹਨੂੰ ਫਿਰਨ ਦਿਓ। ਕੇਤਕ ਦਿਵਸ ਦਾਸ ਰਹਿ ਸੰਗ ਕਰਹਿ ਪਿਖਨ ਜਹ ਫਿਰਹਿ ਮਤੰਗ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਹਾਥੀ ਨੂੰ ਖੁੱਲਾ ਹੀ ਛੱਡ ਦਿਓ। ਆਨੰਦਪੁਰ ਸਾਹਿਬ ਜਿੱਥੇ ਕਿੱਥੇ ਦੀ ਮੌਜ ਹੋਏਗੀ ਉੱਥੇ ਫਿਰਦਾ ਰਹੇਗਾ, ਜਿੱਥੇ ਮੌਜ ਹੋਏਗੀ, ਰੁਚੀ ਹੋਏਗੀ, ਉੱਥੇ ਖਲੋ ਜਾਇਆ ਕਰੇਗਾ। ਤੇ ਕੁਝ ਕੁ ਦਿਨ ਜਿਹੜੇ ਤੁਸੀਂ ਸੇਵਕ ਹੋ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਹਾਥੀ ਦੇ ਨਾਲ ਜਾਓ, ਭਾਈ ਜਿੱਧਰ ਨੂੰ ਇਹ ਜਾਂਦਾ ਇਹਦੇ ਨਾਲ ਰਹੋ, ਇਹਦੇ ਤੇ ਨਜ਼ਰ ਰੱਖੋ। ਕਰਹਿ ਪਿਖਨ ਜਹ ਫਿਰਹਿ ਮਤੰਗ, ਬਈ ਇਹ ਹਾਥੀ ਕਿੱਥੇ ਕਿੱਥੇ ਜਾਂਦਾ ਹੈ, ਇਹਦੇ ਤੇ ਨਜ਼ਰ ਰੱਖੋ। ਜਬ ਹਿਲ ਜਾਏ ਹਟਕ ਤਬ ਰਹੈ ਦੇਹ ਖੁਆਏ ਖੁਰਾਕ ਜੇ ਮਹਾਰਾਜ ਅਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਬ ਹਿਲ ਜਾਏ ਹਟਕ ਤਬ ਰਹਿ। ਹਿਲ ਨਾਮ ਹੁੰਦਾ ਗਿੱਝ ਜਾਣ ਦਾ। ਜਿਸ ਤਰ੍ਹਾਂ ਭਾਈ ਜਾਨਵਰਾਂ ਦਾ ਜਿਹੜਾ ਪਸ਼ੂਆਂ ਦਾ ਬੱਗ ਹੁੰਦਾ ਉਹ ਗਿੱਝ ਜਾਂਦਾ ਹੈ, ਇਹਨੇ ਇੱਕ ਤਰ੍ਹਾਂ ਦੇ ਜਿਹੜੇ ਪਸ਼ੂ ਕੋਈ ਜਾਨਵਰ ਪਾਲਦਾ ਉਹਨਾਂ ਨੂੰ ਗਿਝਾ ਲੈਂਦਾ ਮਾਲਕ ਆਪਣੇ ਅਨੁਸਾਰ, ਆਵਾਜ਼ ਮਾਰੇ ਤੇ ਉਹਦੀ ਆਵਾਜ਼ ਦੇ ਅਨੁਸਾਰ ਚੱਲਦੇ ਸਾਰੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਹਿੱਲ ਜਾਵੇਗਾ, ਭਾਵੇਂ ਹਾਥੀ ਗਿੱਝ ਜਾਵੇਗਾ, ਤਦੋਂ ਸਤਿਗੁਰੂ ਸੇਵਕਾਂ ਨੂੰ ਕਹਿੰਦੇ ਫਿਰ ਤੁਸੀਂ ਭਾਈ ਇਹਦੇ ਤੇ ਨਜ਼ਰਸਾਨੀ ਰੱਖਣੀ ਜਿਹੜੀ ਆ ਬੰਦ ਕਰ ਦਿਓ, ਫਿਰ ਤੁਹਾਨੂੰ ਨਾਲ ਜਾਣ ਦੀ ਜ਼ਰੂਰਤ ਨਹੀਂ। ਮਹਾਰਾਜ ਕਹਿੰਦੇ ਦੇਹ ਖੁਆਏ ਖੁਰਾਕ ਜੇ ਹੈ, ਇਹਦੀ ਬਾਕੀ ਜਿੰਨੀ ਖੁਰਾਕ ਇਹਨੂੰ ਜ਼ਰੂਰਤ ਹੈ ਸਤਿਗੁਰੂ ਜੀ ਕਹਿੰਦੇ ਉਹ ਖਿਲਾ ਦਿਆ ਕਰੋ। ਸੁਨ ਗੁਰ ਹੁਕਮ ਛੋਰ ਫਿਰ ਦੀਨਾ ਜਹ ਕਹਿ ਵਿੱਚ ਰਹਿ ਭਾ ਬਹੁ ਪੀਨਾ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਪਵਿੱਤਰ ਹੁਕਮ ਮੰਨ ਕੇ ਗੁਰਸਿੱਖਾਂ ਨੇ ਭਾਈ ਇਸ ਹਾਥੀ ਨੂੰ ਖੁੱਲਾ ਛੱਡ ਦਿੱਤਾ, ਤੇ ਹਾਥੀ ਆਪਣੀ ਮੌਜ ਵਿੱਚ ਜਿੱਥੇ ਕਿੱਥੇ ਫਿਰਦਾ ਵਿਚਰਦਾ ਹੈ, ਤੇ ਫਿਰ ਬੜਾ ਮੋਟਾ ਤਾਜ਼ਾ ਹੋ ਗਿਆ ਹੈ। ਫਿਰ ਹੈ ਬਾਜ਼ਾਰ ਬਿਖੈ ਬਹੁ ਬਾਰ ਬਨ ਕਨ ਕੋ ਕਰ ਦੇਤ ਬਿਗਾਰ। ਇਸ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਪਵਿੱਤਰ ਬਾਜ਼ਾਰਾਂ ਦੇ ਵਿੱਚ ਇਹ ਹਾਥੀ ਵਿਚਰਦਾ ਫਿਰਦਾ ਰਹਿੰਦਾ ਹੈ, ਤੇ ਜਿਹੜੀਆਂ ਭਾਈ ਬਾਣੀਆਂ ਦੀਆਂ ਦੁਕਾਨਾਂ ਬਣਾਈਆਂ ਹੋਈਆਂ ਮਿੱਠਿਆਂ ਆਦਿਕ ਦੀਆਂ, ਲੱਡੂ ਆਦਿਕ ਦੀਆਂ, ਉਹਨਾਂ ਦੁਕਾਨਾਂ ਵਿੱਚ ਬਹੁਤਾ ਵਿਗਾੜ ਪਾ ਦਿੰਦਾ ਇਹ ਹਾਥੀ। ਮੋਦਕ ਆਦ ਧਰੇ ਪਕਵਾਨ ਜਹ ਕਹਿ ਕਰਤ ਫਿਰਤ ਸੋ ਖਾਨ। ਇਹ ਭਾਈ ਜਿਹੜੇ ਬਾਣੀਏ ਸਨ ਉਹਨਾਂ ਨੇ ਆਪਣੀਆਂ ਦੁਕਾਨਾਂ ਦੇ ਵਿੱਚ ਮੋਦਕ ਕਹੀਏ, ਲੱਡੂ ਆਦਿਕ ਜਾਂ ਹੋਰ ਅਨੇਕ ਤਰ੍ਹਾਂ ਦੇ ਪਕਵਾਨ ਬਣਾ ਕੇ ਰੱਖੇ ਹੁੰਦੇ ਸੀ, ਤੇ ਹਾਥੀ ਜਿੱਥੇ ਕਿਤੇ ਵਿਚਰਦਾ ਹੈ ਤੇ ਜਿੱਥੇ ਇਹਦੀ ਮੌਜ ਹੁੰਦੀ ਉਸੇ ਦੁਕਾਨ ਚੋਂ ਆਪਣੀ ਸੁੰਡ ਨਾਲ ਭੋਜਨ ਚੁੱਕ ਕੇ ਖਾ ਲੈਂਦਾ, ਲੱਡੂ ਆਦਿਕ। ਅੰਨ ਆਦ ਖੈਬੇ ਵਥ ਜੋਏ ਵਿਚਰਤ ਬਦਨ ਪਾਏ ਲੈ ਸੋਏ। ਅੰਨ ਆਦ ਖੈਬੇ ਵਥ ਜੋਏ, ਜਿਹੜੀਆਂ ਵਸਤੂਆਂ ਖਾਣ ਦੇ ਯੋਗ ਹਨ ਭਾਈ, ਉਹ ਅੰਨ ਆਦਿ ਤੋਂ ਲੈ ਕੇ ਬਾਜਰਾ ਆਦਿਕ ਜਾਂ ਹੋਰ ਜਿੰਨੀਆਂ ਵਸਤੂਆਂ ਖਾਣ ਦੇ ਯੋਗ ਹੈ, ਉਹ ਵਸਤੂਆਂ ਜਦੋਂ ਹਾਥੀ ਵੇਖ ਲੈਂਦਾ ਹੈ ਉਹ ਖਾਣ ਵਾਸਤੇ ਆਪਣੇ ਮੁੱਖ ਵਿੱਚ ਪਾ ਲੈਂਦਾ, ਆਪਣੀ ਮੌਜ ਵਿੱਚ ਹੀ। ਮਿਲ ਬਨੀਏ ਸਤਗੁਰ ਢਿਗ ਆਏ ਕੁੰਚਰ ਕਰਹਿ ਬਿਗਾਰ ਸੁਨਾਏ। ਜਦੋਂ ਭਾਈ ਹਾਥੀ ਦਾ ਇਦਾਂ ਦਾ ਵਰਤਾਰਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਇਆ, ਬਾਣੀਆਂ ਦੀਆਂ ਦੁਕਾਨਾਂ ਵਿੱਚ ਜਾ ਕੇ ਵਿਗਾੜ ਪਾਉਂਦਾ, ਕਦੀ ਲੱਡੂ ਖਿਲਾਰ ਆਉਂਦਾ, ਉਹਨਾਂ ਦੀ ਦੁਕਾਨਾਂ ਦਾ ਸਮਾਨ ਸਾਰਾ ਖਿਲਾਰ ਆਉਂਦਾ ਸੀ, ਤੇ ਫਿਰ ਜਿਹੜੇ ਬਾਣੀਏ ਸਿੱਖ ਸਨ ਉਹ ਸਾਰੇ ਇਕੱਠੇ ਹੋ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਸ ਆਏ ਤੇ ਆ ਕੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਹਾਥੀ ਸਾਡੀਆਂ ਦੁਕਾਨਾਂ ਦੇ ਵਿੱਚ ਮਹਾਰਾਜ ਸਾਡਾ ਸਾਰਾ ਸਮਾਨ ਖਿਲਾਰ ਦਿੰਦਾ ਹੈ। ਔਚਕ ਸੌਦਾ ਕਰਤ ਬਖੀਰਤ ਬਰਜਤ ਬਰਜਤ ਤਤ ਛਿਨ ਗੀਰਤ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿੰਨਾ ਵੀ ਸਾਡਾ ਸੌਦਾ ਬਣਾ ਕੇ ਰੱਖਿਆ ਹੁੰਦਾ ਤਿਆਰ ਕਰਕੇ,
ਜਿੰਨਾ ਵੀ ਸਾਡਾ ਰਸਦ ਪਾਣੀ ਹੁੰਦਾ ਦੁਕਾਨ 'ਚ ਉਹ ਸਾਰਾ ਹੀ ਖਿਲਾਰ ਦਿੰਦਾ ਮਹਾਰਾਜ। ਬਰਜਤ ਤਤ ਛਿਨ ਗੇਰਤ, ਸਾਡੇ ਰੋਕਦਿਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਬਣੇ ਹੋਏ ਪਦਾਰਥਾਂ ਨੂੰ ਧਰਤੀ ਤੇ ਸੁੱਟ ਦਿੰਦਾ, ਖਿਲਾਰ ਦਿੰਦਾ ਹੈ ਜੀ। ਸਰਬ ਦਿਵਸ ਵਿਚਰਤ ਤਹ ਆਵਤ, ਗਨ ਪਕਵਾਨ ਖਾਏ ਕਰ ਮਹਾਰਾਜ ਜਾਵਤ। ਸਾਰਾ ਦਿਨ ਸਾਡੀਆਂ ਦੁਕਾਨਾਂ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰਾਂ ਵਿੱਚ ਇਹ ਹਾਥੀ ਵਿਚਰਦਾ ਰਹਿੰਦਾ ਹੈ ਤੇ ਗਨ ਭਗਵਾਨ ਖਾਏ ਕਰ ਜਾਵਤ, ਜਿਹੜੀ ਦੁਕਾਨ ਤੇ ਰੁਕ ਜਾਂਦਾ ਆਪਣੀ ਮੌਜ ਅਨੁਸਾਰ ਪਕਵਾਨ ਲੱਡੂ ਆਦਿਕ ਖਾ ਕੇ ਫੇਰ ਜਾਂਦਾ ਹੈ ਮਹਾਰਾਜ ਜੀ। ਡਰ ਹੈ ਆਪ ਤੇ ਹਤ ਹੈ ਨਾ ਡੰਡਾ, ਪ੍ਰੇਰਤ ਇਤ ਉਤ ਫੇਰਤ ਸੁੰਡਾ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਆਪ ਜੀ ਦਾ ਭੈ ਰੱਖਦੇ ਹਾਂ, ਆਪ ਜੀ ਦਾ ਡਰ ਰੱਖਦੇ ਹਾਂ, ਇਹਦੇ ਡੰਡਾ ਆਦਿਕ ਨਹੀਂ ਮਾਰਦੇ, ਇਹਨੂੰ ਦੰਡ ਨਹੀਂ ਦਿੰਦੇ ਮਹਾਰਾਜ, ਸਜ਼ਾ ਨਹੀਂ ਦਿੰਦੇ ਕੋਈ, ਕਿ ਆਪ ਜੀ ਦਾ ਹਾਥੀ ਹੈ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਘੂਰਿਆਂ ਇਹ ਹਾਥੀ ਵੀ ਕਿੱਥੇ ਡਰਦਾ, ਪ੍ਰੇਰਤ ਇਹ ਤੋਂ ਫੇਰਤ ਸੁੰਡਾ, ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਭੈ ਤੋਂ ਰਹਿਤ ਹੋ ਕੇ ਇੱਧਰ ਉੱਧਰ ਸੁੰਡ ਨੂੰ ਫੇਰਦਾ ਵੀ ਮੇਰੇ ਲਾਗੇ ਨਾ ਕੋਈ ਆਇਓ। ਸੁਨ ਕਲਗੀਧਰ ਕਰੀ ਗੁਹਾਰਾ, ਸੰਗ ਮਸੰਦਨ ਹੁਕਮ ਉਚਾਰਾ। ਕਲਗੀਧਰ ਪਾਤਸ਼ਾਹ ਨੇ ਇਹਨਾਂ ਬਾਣੀਏ ਸਿੱਖਾਂ ਦੀ ਬੇਨਤੀ ਸੁਣ ਕੇ ਉੱਚੀ ਦੇ ਕੇ ਆਵਾਜ਼ ਮਾਰੀ ਸਿੱਖਾਂ ਨੂੰ, ਤੇ ਆਵਾਜ਼ ਮਾਰ ਕੇ ਮਹਾਰਾਜ ਸੰਗ ਮਸੰਦਨ ਹੁਕਮ ਉਚਾਰਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਚੀ ਆਵਾਜ਼ ਮਾਰ ਕੇ ਮਸੰਦਾਂ ਨੂੰ ਆਪਣੇ ਪਾਸ ਬੁਲਾ ਕੇ ਹੁਕਮ ਕੀਤਾ। ਜਿਤਕ ਬਨਕ ਕੋ ਹੋਏ ਨੁਕਸਾਨ, ਕਰਹਿ ਪ੍ਰਸਾਦੀ ਜਾਏ ਦੁਕਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਸਿੱਖੋ ਮਸੰਦੋ, ਜਿਹੜਾ ਵੀ ਜਿਤਕ ਬਨਕ ਕੋ ਹੋਏ ਨੁਕਸਾਨ ਕਰਹਿ ਪ੍ਰਸਾਦੀ ਜਾਏ ਦੁਕਾਨ, ਜਿਹੜਾ ਸਾਡਾ ਪ੍ਰਸਾਦੀ ਹਾਥੀ ਹੈ ਇਹਨਾਂ ਬਾਣੀਏ ਸਿੱਖਾਂ ਦੀ ਦੁਕਾਨ ਤੇ ਜਾ ਕੇ ਜਿੰਨਾ ਇਹਨਾਂ ਦਾ ਨੁਕਸਾਨ ਕਰੇ, ਸੋ ਸਰਕਾਰ ਹੈ ਤੇ ਦੇਹੁ ਦਰਬ, ਸੰਧਿਆ ਸਮੈ ਬੂਝ ਲਿਓ ਸਰਬ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਮਸੰਦ ਸਿੱਖਾਂ ਨੂੰ ਕਹਿਣ ਲੱਗੇ, ਸਤਿਗੁਰੂ ਜੀ ਕਹਿੰਦੇ ਭਾਈ ਸੋ ਸਰਕਾਰ ਹੈ ਤੇ ਦੇਹੁ ਦਰਬ, ਬਈ ਜਿੰਨਾ ਨੁਕਸਾਨ ਇਹਨਾਂ ਬਾਣੀਏ ਸਿੱਖਾਂ ਦਾ ਹੋਵੇ ਉਹ ਸੱਚੀ ਸਰਕਾਰ ਦੇ ਖਜ਼ਾਨੇ ਵਿੱਚੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸਾਡੇ ਖਜ਼ਾਨੇ ਵਿੱਚੋਂ ਦੇ ਦਿੱਤਾ ਜਾਵੇ, ਇਹਨਾਂ ਦੇ ਨੁਕਸਾਨ ਦੀ ਪੂਰਤੀ ਕਰ ਦਿੱਤੀ ਜਾਵੇ। ਜਦੋਂ ਸੰਧਿਆ ਹੋ ਜਾਵੇ ਨਾ ਤੇ ਮਹਾਰਾਜ ਕਹਿੰਦੇ ਸੰਧਿਆ ਸਮੇਂ ਬੂਝ ਲਿਓ ਸਰਬ, ਇਹਨਾਂ ਸਾਰੇ ਬਾਣੀਏ ਸਿੱਖਾਂ ਤੋਂ ਭਾਈ ਸ਼ਾਮ ਵੇਲੇ ਜਾ ਕੇ ਪੁੱਛ ਲੈਣਾ ਵੀ ਕਿਹਦੀ ਦੁਕਾਨ ਤੋਂ ਕਿੰਨਾ ਕੋ ਇਸ ਹਾਥੀ ਨੇ ਨੁਕਸਾਨ ਕੀਤਾ, ਕਿੰਨਾ ਕੋ ਰਸਦ ਪਾਣੀ ਛਕਿਆ ਹੈ। ਸੁਨ ਬਨੀਅਨ ਅਨ ਮਨ ਆਨੰਦ ਉਪੰਨਾ, ਜਥਾ ਜੋਗ ਗੁਰ ਕੋ ਬਚ ਮੰਨਾ। ਇਸ ਤਰ੍ਹਾਂ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕਰ ਦਿੱਤਾ ਵੀ ਗੁਰੂ ਕੇ ਖਜ਼ਾਨੇ ਵਿੱਚੋਂ ਇਹਨਾਂ ਨੂੰ ਮਾਇਆ ਦੇ ਦੇਣੀ, ਜਿੰਨਾ ਇਹਨਾਂ ਦਾ ਨੁਕਸਾਨ ਹੋਵੇ, ਜਿੰਨਾ ਭਾਈ ਉਹ ਭੋਜਨ ਆਦਿਕ ਹਾਥੀ ਇਹਨਾਂ ਦੀ ਦੁਕਾਨ ਤੋਂ ਖਾ ਕੇ ਆਉਂਦਾ ਹੈ, ਜਿੰਨਾ ਇਹਨਾਂ ਦਾ ਖਰਚ ਬਣਦਾ ਉਹ ਸਾਰਾ ਗੁਰੂ ਕੇ ਖਜ਼ਾਨੇ ਵਿੱਚੋਂ ਦੇ ਦੇਣਾ ਹੈ। ਇਸ ਤਰ੍ਹਾਂ ਦੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਸੁਣ ਕੇ ਜਿਹੜੇ ਇਹ ਬਾਣੀਏ ਸਿੱਖ ਸਨ ਬੜੇ ਆਨੰਦ ਹੋਏ, ਖੁਸ਼ ਹੋ ਗਏ ਵੀ ਸਾਡਾ ਤਾਂ ਖਰਚ ਮਹਾਰਾਜ ਨੇ ਦੇ ਦਿਆ ਕਰਨਾ। ਜਥਾ ਜੋਗ ਗੁਰ ਕੋ ਬਚ ਮੰਨਾ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਸਨ ਉਹਨਾਂ ਨੂੰ ਜਥਾ ਜੋਗ ਸਾਰੇ ਬਾਣੀਏ ਸਿੱਖਾਂ ਨੇ ਮੰਨਣਾ ਕੀਤਾ ਹੈ ਜੀ। ਸਗਰੇ ਪੁਰ ਮਹਿ ਵਿਚਰਤ ਰਹੈ, ਲੋਕ ਹਜ਼ਾਰਹੁ ਹੀਰਤ ਆਏ। ਇਸ ਤਰ੍ਹਾਂ ਕਵੀ ਜੀ ਕਹਿੰਦੇ ਫਿਰ ਇਹ ਜਿਹੜਾ ਪ੍ਰਸਾਦੀ ਹਾਥੀ ਹੈ ਨਾ ਸਗਰੇ ਪੁਰ ਮਹਿ ਵਿਚਰਤ ਰਹੈ, ਸਾਰੇ ਆਨੰਦਪੁਰ ਸਾਹਿਬ ਦੇ ਵਿੱਚ ਫਿਰਦਾ ਰਹਿੰਦਾ, ਵਿਚਰਦਾ ਰਹਿੰਦਾ ਹੈ, ਤੇ ਹਜ਼ਾਰਾਂ ਜਿਹੜੇ ਲੋਕ ਨੇ ਇਸ ਹਾਥੀ ਨੂੰ ਵੇਖਦੇ ਨੇ। ਦੂਰ ਦੂਰ ਕੀ ਸੰਗਤ ਆਵੈ, ਪਿਖ ਅਦਭੁਤ ਕੋ ਸਭ ਬਿਸਮਾਵੈ। ਇਸ ਤਰ੍ਹਾਂ ਦੂਰੋਂ ਦੂਰੋਂ ਗੁਰੂ ਕੀਆਂ ਸੰਗਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸ਼ਨਾਂ ਬਾਬਤ ਆਉਂਦੀਆਂ ਤੇ ਇਸ ਅਦਭੁਤ ਹਾਥੀ ਨੂੰ ਵੇਖ ਕੇ ਸਾਰੀਆਂ ਸੰਗਤਾਂ ਅਚਰਜ ਹੈਰਾਨ ਹੋ ਜਾਂਦੀਆਂ। ਰਤਨ ਰਾਏ ਰਹਿ ਕੇਤਕ ਮਾਸ, ਪਿਖ ਸਤਿਗੁਰ ਕੇ ਅਨਕ ਬਿਲਾਸ। ਇਸ ਤਰ੍ਹਾਂ ਰਾਜਾ ਰਤਨ ਰਾਏ ਭਾਈ ਕੁਝ ਕੁ ਸਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਸ ਰਿਹਾ, ਕੁਝ ਕੁ ਮਹੀਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਰੁਕਿਆ ਰਾਜਾ ਰਤਨ ਰਾਏ। ਪਿਖ ਸਤਿਗੁਰ ਕੇ ਅਨਕ ਬਿਲਾਸ, ਇਹਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਅਨਕ ਚੋਜ ਬਿਲਾਸ ਜਿਹੜੇ ਆ ਵੇਖਣਾ ਕੀਤੇ ਨੇ। ਸ਼੍ਰੀ ਗੁਜਰੀ ਢਿਗ ਜਨਨੀ ਸਹਿਤ, ਪਹੁੰਚੈ ਬਾਰ ਬਾਰ ਸੁਖ ਲਹਤ। ਇਸ ਤਰ੍ਹਾਂ ਭਾਈ ਜਿਹੜਾ ਰਾਜਾ ਰਤਨ ਰਾਏ ਹੈ ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀਆਂ ਦੇ ਮਾਤਾ ਗੁਜਰੀ ਜੀਆਂ ਦੇ ਪਾਸ ਆਪਣੀ ਮਾਤਾ ਸਵਰਨਮਤੀ ਦੇ ਸਹਿਤ ਸਤਿਗੁਰੂ ਜੀ ਦੀ ਮਾਤਾ ਦੇ ਪਾਸ ਜਾਂਦਾ ਹੈ ਤੇ ਬਾਰ-ਬਾਰ ਗੁਰੂ ਪਾਤਸ਼ਾਹ ਦੇ ਤੇ ਮਾਤਾ ਜੀਆਂ ਦੇ ਦਰਸ਼ਨ ਕਰਕੇ ਸੁਖ ਆਨੰਦ ਪ੍ਰਾਪਤ ਕਰਦਾ ਹੈ। ਤਿਮ ਕਲਗੀ ਧਰ ਕੇ ਤਕ ਦਰਸ਼ਨ, ਬਾਰ ਬਾਰ ਪਗ ਪੰਕਜ ਬਰ ਪਰਸਨ। ਇਸ ਤਰ੍ਹਾਂ ਭਾਈ ਮਾਤਾ ਗੁਜਰੀ ਜੀ ਦੇ ਦਰਸ਼ਨ ਕਰਕੇ ਰਾਜਾ ਰਤਨ ਰਾਏ ਆਪਣੀ ਮਾਤਾ ਦੇ ਸਹਿਤ ਆਨੰਦ ਪ੍ਰਸੰਨ ਹੁੰਦਾ ਹੈ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸ਼ਨ ਕਰਕੇ ਬਾਰ-ਬਾਰ ਸਤਿਗੁਰੂ ਜੀ ਦੇ ਕਮਲ ਸਰੀਖੇ ਚਰਨਾਂ ਨੂੰ ਪਰਸ਼ਨਾ ਕਰਦਾ, ਸਪਰਸ਼ ਕਰਦਾ, ਸੋਹੰਦਾ ਹੈ ਆਪਣੇ ਹੱਥਾਂ ਨਾਲ। ਆਪਨ ਦੇਸ਼ ਹਿਤ ਕਰਨ ਚੜਾਈ, ਹਾਥ ਜੋਰ ਕਰ ਜਾਚ ਵਿਦਾਈ। ਹਾਂ ਇਸ ਤਰ੍ਹਾਂ ਭਾਈ ਇਹ ਜਿਹੜਾ ਰਾਜਾ ਰਤਨ ਰਾਏ ਹੈ ਇਹ ਆਪਣਾ ਦੇਸ਼ ਹਿਤ ਕਰਨ ਚੜਾਈ, ਆਪਣੇ ਦੇਸ਼ ਨੂੰ ਵਾਪਸ ਜਾਣ ਵਾਸਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀਆਂ ਦੇ ਅੱਗੇ ਹੱਥ ਜੋੜ ਕੇ ਇਹਨੇ ਵਿਦਾਇਗੀ ਮੰਗੀ ਹੈ। ਮਹਾਰਾਜ ਜੀਆਂ ਦੇ ਕੋਲੋਂ ਜਾਂਚਨਾ ਕੀਤੀ ਹੈ, ਮੰਗਣਾ ਕੀਤਾ, ਮਹਾਰਾਜ ਆਗਿਆ ਦਿਓ ਮੈਂ ਆਪਣੇ ਦੇਸ਼ ਨੂੰ ਜਾਵਾਂ। ਸਤਿਗੁਰ ਕਹਿ ਬਹੁਤ ਟਿਕਾਇਓ, ਪੁਨ ਔਰਕ ਚਲਬੋ ਬਨ ਆਇਓ। ਜਦੋਂ ਇਹ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਦੀ
ਵਿਦਾਇਗੀ ਲੈਣ ਦੀ ਭਾਈ ਬੇਨਤੀ ਕਰਦਾ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਕੇ ਰੋਕ ਲੈਂਦੇ ਵੀ ਕੁਝ ਦਿਨ ਹੋਰ ਟਿਕ ਜਾ, ਕੁਝ ਦਿਨ ਹੋਰ ਰੁਕ ਜਾ, ਤੂੰ ਰੁਕ ਜਾ, ਕੋਈ ਗੱਲ ਨਹੀਂ, ਚਲੇ ਜਾਣਾ। ਇਸ ਤਰ੍ਹਾਂ ਸਤਿਗੁਰ ਕਹਿ ਕੇ ਬਹੁਤ ਟਿਕਾਇਓ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀਆਂ ਨੇ ਰਾਜਾ ਰਤਨ ਰਾਏ ਨੂੰ ਕਈ ਵਾਰ ਕਹਿ ਕੇ ਰੋਕਿਆ, ਪਰ ਅੰਤ ਨੂੰ ਤੇ ਭਾਈ ਚੱਲਣਾ ਹੀ ਬਣ ਆਉਂਦਾ, ਜਾਣਾ ਹੀ ਪੈਣਾ ਵਾਪਸ। ਅਧਿਕ ਪ੍ਰੇਮ ਤੇ ਨ੍ਰਿਪ ਨਹਿ ਚਾਹੈ, ਹੋਏ ਕਰ ਤਿਆਰ ਬਹੁਰ ਪੁਰ ਰਹੈ। ਤੇ ਰਾਜਾ ਰਤਨ ਰਾਏ ਦੇ ਮਨ ਵਿੱਚ ਬਹੁਤਾ ਪ੍ਰੇਮ ਹੈ, ਅਧਿਕ ਪ੍ਰੇਮ ਤੇ ਨ੍ਰਿਪ ਨਹਿਚ ਹੈ। ਬਹੁਤਾ ਪ੍ਰੇਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਦਾ ਰਾਜਾ ਰਤਨ ਰਾਏ ਦੇ ਮਨ ਵਿੱਚ। ਇਸ ਕਰਕੇ ਕਈ ਵਾਰ ਰਾਜਾ ਰਤਨ ਰਾਏ ਆਪਣੇ ਦੇਸ਼ ਨੂੰ ਜਾਣ ਵਾਸਤੇ ਤਿਆਰ ਹੁੰਦਾ ਹੈ, ਪਰ ਫੇਰ ਹੀ ਮਨ ਵਿੱਚ ਇਸ ਤਰ੍ਹਾਂ ਵਿਚਾਰ ਲੈਂਦਾ ਵੀ ਕੋਈ ਗੱਲ ਨਹੀਂ, ਕੁਝ ਦਿਨ ਰੁਕ ਕੇ ਚਲਾ ਜਾਵਾਂਗਾ, ਫੇਰ ਉੱਥੇ ਹੀ ਰੁਕ ਜਾਂਦਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ। ਜਰੀ ਦੁਸ਼ਾਲੇ ਕੋ ਸਿਰ ਪਾਉ, ਬਖਸ਼ਿਓ ਗੁਰੂ ਲੀਨ ਚਿਤ ਚਾਉ। ਫੇਰ ਭਾਈ ਇੱਕ ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਜਰੀਦਾਰ ਜਿਹੜੇ ਦੁਸਾਲੇ ਸਨ ਉਹ ਸਰੋਪਾ ਰੂਪ ਦੇ ਵਿੱਚ ਰਾਜਾ ਰਤਨ ਰਾਏ ਨੂੰ ਬਖਸ਼ਿਸ਼ ਕੀਤੇ। ਬਖਸ਼ਿਓ ਗੁਰੂ ਲੀਨ ਚਿਤ ਚਾਉ। ਗੁਰੂ ਕਲਗੀਧਰ ਪਾਤਸ਼ਾਹ ਨੇ ਸਰੋਪਾਓ ਬਖਸ਼ਿਸ਼ ਕੀਤਾ, ਰਾਜਾ ਰਤਨ ਰਾਏ ਨੇ ਬੜੇ ਚਾਉ ਦੇ ਸਹਿਤ ਸਰੋਪਾਓ ਪ੍ਰਾਪਤ ਕੀਤਾ ਮਹਾਰਾਜ ਜੀਆਂ ਦੇ ਪਾਸੋਂ। ਕਹੈ ਭੂਪ ਜਿਮ ਸੁਨਿਓ ਸੁਜਸ ਕੋ, ਕਰਿਓ ਆਏ ਮੈਂ ਤਥਾ ਦਰਸ ਕੋ। ਹਾਂ, ਜਿਹੜਾ ਰਾਜਾ ਰਤਨ ਰਾਏ ਹੈ ਉਹ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਤੁਹਾਡਾ ਮੈਂ ਜਸ ਸੁਣਿਆ ਸੀ ਨਾ, ਵੀ ਤੁਹਾਡੀ ਵਡਿਆਈ ਸੋਭਾ ਜਿਸ ਤਰ੍ਹਾਂ ਦੀ ਸੁਣੀ ਸੀ ਉਸੇ ਤਰ੍ਹਾਂ ਕਰਿਓ ਆਏ ਮੈਂ ਤਥਾ ਦਰਸ਼ਕੋ। ਮਹਾਰਾਜ ਉਸੇ ਤਰ੍ਹਾਂ ਆਪਣੇ ਨੇਤਰਾਂ ਨਾਲ ਤੁਹਾਡੇ ਦਰਸ਼ਨ ਕੀਤੇ, ਜਿਸ ਤਰ੍ਹਾਂ ਸਤਿਗੁਰਾਂ ਦੀ ਬਾਣੀ ਦਾ ਵਚਨ ਹੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਰਾਜਾ ਰਤਨ ਰਾਏ ਕਹਿਣ ਲੱਗਾ, ਮਹਾਰਾਜ ਜਿਹੋ ਜੀ ਆਪ ਜੀ ਦੀ ਵਡਿਆਈ ਸੁਣੀ ਜੀ, ਉਹੋ ਜੀ ਵਡਿਆਈ ਮੈਂ ਆਪਣੇ ਨੇਤਰਾਂ ਨਾਲ ਆਪ ਜੀ ਦੀ ਸੋਭਾ ਦੇਖੀ ਹੈ। ਸਭ ਬਿਦ ਤੇ ਮੁਝ ਕਰਿਓ ਨਿਹਾਲ, ਹਲਤ ਭਲੇ ਲਿਹੋ ਭਲਤ ਵਿਸਾਲ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀਆਂ ਨੇ ਕਿਰਪਾ ਕਰਕੇ ਸਰਬ ਪ੍ਰਕਾਰ ਕਰਕੇ ਮੈਨੂੰ ਨਿਹਾਲ ਕੀਤਾ ਹੈ, ਮੇਰੇ ਤੇ ਬਖਸ਼ਿਸ਼ ਕੀਤੀ ਹੈ। ਮਹਾਰਾਜ ਇਸ ਲੋਕ ਵਿੱਚ ਆਪ ਜੀਆਂ ਨੇ ਮੇਰਾ ਭਲਾ ਕੀਤਾ ਏ, ਤੇ ਪ੍ਰਲੋਕ ਵਿੱਚ ਵੀ ਸਤਿਗੁਰੂ ਜੀ ਆਪ ਜੀ ਨੇ ਮੇਰੀ ਕਲਿਆਣ ਕਰਨੀ ਜੀ। ਕਹਿਓ ਨਾ ਜਾਏ ਗਰ ਭਰ ਗਇਓ, ਚਰਨ ਕਮਲ ਪਰ ਸਿਰ ਧਰ ਦਿਓ। ਰਾਜਾ ਰਤਨ ਰਾਏ ਜਦੋਂ ਇਉਂ ਬੇਨਤੀ ਕਰ ਰਿਹਾ, ਮਹਾਰਾਜ ਸੱਚੇ ਪਾਤਸ਼ਾਹ ਇਸ ਲੋਕ ਵਿੱਚ ਬਹੁਤ ਸੁੱਖ ਬਖਸ਼ੇ ਨੇ, ਪਰ ਲੋਕ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪ ਜੀ ਦੀ ਕਿਰਪਾ ਸਦਕਾ ਸੁੱਖ ਪ੍ਰਾਪਤ ਹੋਣ। ਇਸ ਤਰ੍ਹਾਂ ਬਚਨ ਕਰਦਿਆਂ ਕਹਿਓ ਨਾ ਜਾਏ ਗਰੋ ਭਰ ਗਇਓ। ਕੋਈ ਬਚਨ ਰਾਜਾ ਰਤਨ ਰਾਏ ਤੋਂ ਹੋਰ ਬੋਲਿਆ ਨਹੀਂ ਗਿਆ, ਇਹਦਾ ਕੰਠ ਭਰ ਗਿਆ ਭਾਈ। ਚਰਨ ਕਮਲ ਪਰ ਸਿਰ ਧਰ ਦਿਓ, ਇਹਨੇ ਆਪਣਾ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾ ਕਮਲਾਂ ਤੇ ਰੱਖ ਦਿੱਤਾ ਹੈ। ਦ੍ਰਿਗ ਜਲ ਸੰਗ ਪਖਾਰਨ ਕਰੇ, ਗੁਰ ਧੀਰਜ ਦੀਨ ਸਮੁਦ ਧਰੇ। ਇਸ ਤਰ੍ਹਾਂ ਭਾਈ ਆਪਣੇ ਨੇਤਰਾਂ ਦੇ ਜਲ ਨਾਲ ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਨੂੰ ਧੋਣਾ ਕੀਤਾ ਹੈ। ਨੇਤਰਾਂ ਦੇ ਜਲ ਦੁਆਰਾ ਮਹਾਰਾਜ ਜੀ ਦੇ ਚਰਨ ਧੋ ਦਿੱਤੇ, ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਰਾਜਾ ਰਤਨ ਰਾਏ ਨੂੰ ਬਹੁਤਾ ਧੀਰਜ ਦਿੱਤਾ ਤੇ ਆਨੰਦ ਬਖਸ਼ਿਆ ਹੈ। ਭਗਤ ਗਿਆਨ ਗੁਰ ਸਿੱਖੀ ਸਾਥ, ਬਖਸ਼ਿਸ਼ ਕਰੀ ਤਬਹਿ ਗੁਰਨਾਥ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਜਿਹੜੇ ਜਗਤ ਦੇ ਮਾਲਕ ਨਾਥ ਨੇ ਦਾਤੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜਾ ਰਤਨ ਰਾਏ ਨੂੰ ਪ੍ਰੇਮਾ ਭਗਤੀ ਬ੍ਰਹਮ ਗਿਆਨ ਤੇ ਗੁਰੂ ਨਾਨਕ ਦੇ ਘਰ ਦੀ ਗੁਰਸਿੱਖੀ ਬਖਸ਼ੀ ਹੈ। ਜਨਨੀ ਸਹਤ ਸਚਿਵ ਗਨ ਸਭੈ, ਕਰ ਕਰ ਨਮੋ ਪਿਆਨੇ ਤਬੈ। ਫਿਰ ਰਾਜਾ ਰਤਨ ਰਾਏ ਭਾਈ ਆਪਣੀ ਮਾਤਾ ਦੇ ਸਮੇਤ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੂੰ ਨਮਸਕਾਰ ਕਰਕੇ ਆਪਣੇ ਅਹਿਲਕਾਰਾਂ ਸੈਨਿਕਾਂ ਦੇ ਸਮੇਤ ਸਾਰੇ ਭਾਈ ਗੁਰੂ ਪਾਤਸ਼ਾਹ ਜੀਆਂ ਨੂੰ ਨਮਸਕਾਰ ਕਰ ਕਰਕੇ ਰਾਜਾ ਰਤਨ ਰਾਏ ਦੇ ਨਾਲ ਅਸਾਮ ਦੇਸ਼ ਨੂੰ ਸਭ ਨੇ ਪਿਆਨਾ ਕੀਤਾ, ਚਾਲਾ ਪਾਇਆ ਹੈ। ਨੀਠ ਨੀਠ ਕਰ ਵਿਚਰਿਓ ਰਾਜਾ, ਚੜ ਕਰ ਚਲਿਓ ਸਮੇਤ ਸਮਾਜਾ। ਇਸ ਤਰ੍ਹਾਂ ਹੌਲੀ ਹੌਲੀ ਜਿਹੜਾ ਰਾਜਾ ਰਤਨ ਰਾਏ ਹੈ ਨਾ ਭਾਈ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਤੋਂ ਮਨ ਤੇ ਨਹੀਂ ਕਰਦਾ ਇਹਦਾ ਜਾਣ ਨੂੰ, ਪਰ ਹੌਲੀ ਹੌਲੀ ਸਤਿਗੁਰਾਂ ਤੋਂ ਆਗਿਆ ਪਾ ਕੇ ਆਪਣੇ ਦੇਸ਼ ਨੂੰ ਵਾਪਸ ਜਾ ਰਿਹਾ ਹੈ, ਤੇ ਆਪਣੇ ਸਾਜੋ ਸਮਾਨ ਸੈਨਾ ਦੇ ਸਮੇਤ ਰਾਜਾ ਰਤਨ ਰਾਏ ਆਪਣੇ ਦੇਸ਼ ਨੂੰ ਭਾਈ ਚੜ੍ਹਾਈ ਕਰਕੇ ਵਾਪਸ ਚੱਲਿਆ ਹੈ। ਇੱਥੇ ਅੱਜ ਦਾ ਪ੍ਰਸੰਗ ਸੰਪੂਰਨ ਹੁੰਦਾ ਹੈ। ਰਾਜਾ ਰਤਨ ਰਾਏ ਦਾ ਭਾਰੀ ਪ੍ਰੇਮ ਗੁਰੂ ਕਲਗੀਧਰ ਪਾਤਸ਼ਾਹ ਦੇ ਪਵਿੱਤਰ ਚਰਨਾਂ ਦੇ ਨਾਲ ਸੀ, ਜੋ ਕਵੀ ਸੰਤੋਖ ਸਿੰਘ ਜੀ ਨੇ ਇਹ ਭਾਈ ਅੰਸੂ ਬਿਆਨ ਕੀਤਾ ਹੈ। ਆਪਾਂ ਰਲ ਮਿਲ ਕੇ ਇਹ ਪ੍ਰਸੰਗ ਸਰਵਣ ਕੀਤਾ ਹੈ। ਹੁਣ ਅਗਲੇਰਾ ਜੋ ਪ੍ਰਸੰਗ ਆਏਗਾ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਰਣਜੀਤ ਨਗਾਰਾ ਤਿਆਰ ਕਰਵਾਉਣਗੇ, ਉਹ ਸਾਰਾ ਪ੍ਰਸੰਗ ਜਿਸ ਤਰ੍ਹਾਂ ਜ਼ਿਕਰ ਕਰਨਗੇ ਕਵੀ ਜੀ, ਆਪਾਂ ਰਲ ਮਿਲ ਕੇ ਅਗਲੇ ਸਮੇਂ ਦੌਰਾਨ ਵਿਚਾਰਾਂਗੇ। ਹੁਣ ਸਮਾਂ ਹੋਇਆ ਇੱਥੇ ਹੀ ਸਮਾਪਤੀ ਹੈ। ਇੰਨੀ ਕੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸੰਗਤ ਨੇ ਕਰਨੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਇਆ ਕਰਨ, ਅੱਗੋਂ ਤੋਂ ਆਤਮ ਵਿਛਾਣੀ ਬੁੱਧ ਦੀ ਦਾਤ ਬਖਸ਼ ਗਏ। ਸੁਧ ਸਪਸ਼ਟ ਵਿਚਾਰ ਕਰਨ ਦੇ ਮਹਾਰਾਜ ਬਲ ਉਦਮ ਬਖਸ਼ਣ। ਪੜ੍ਹੀ ਸੁਣੀ ਵਿਚਾਰ ਸਾਡੇ ਸਭਨਾਂ ਦੇ ਹਿਰਦਿਆਂ ਤੇ ਵਸੇ, ਤਾਂ ਤੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋ ਸਕੀਏ। ਆਓ ਜੀ ਅਖੀਰਲੀਆਂ ਪੰਕਤੀਆਂ ਪੜ੍ਹੀਏ ਤੇ ਸਮਾਪਤੀ ਕਰੀਏ ਜੀ। ਨੀਠ ਨੀਠ ਕਰ ਵਿਚਰਿਓ ਰਾਜਾ, ਚੜ ਕਰ ਚਲਿਓ ਸਮੇਤ ਸਮਾਜਾ। ਹੇ ਅਚੁੱਤ
हे पार ब्रह्म अबनासी अगनास, हे पूर्ण हे सर्व मैं दुख भंजन गुणतास, हे संगी हे निरंकार, हे निर्गुण सब टेक, हे गोविंद हे गुण निधान, जाकै सदा विवेक, हे अपरंपर हर हरे, है पी हो बनहार, हे संत है कै सदा संग, निधारा आधार, हे ठाकुर हौ दासरो, मैं निर्गुण गुण नहीं कोए, नानक दीजै नाम दान, राखो हियै परोए। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।